जेता जियो पिंड सब तेरा, तू अंतर जामी पुरख भगवान। दासन दास कहे जन नानक, जिहा तू कराहें तेहा हों करी बख्यान। सतनाम श्री वाहिगुरु साहिब जी। वेद पुराण सब मत सुन के, करी करम की आशा। काल ग्रस्त सब लोग सियाने, उठ पंडित पै चले निराशा। मन रे सरयो न एक काजा, भजयो न रघुपत राजा रहाऊ। बन खंड जाए जोग तप कीनो, कंद मूल चुन खाया। नादी बेदी सबदी मोनी, जम के पटै लिखाया। भगत नारदी हृदय न आई, काछ कूच तन दीना। राग रागनी डिंब होए बैठा, उन हर पै क्या लीना। परयो काल सबे जग ऊपर, माहे लिखे ब्रह्म ज्ञानी। कहो कबीर जन भय खाल से, प्रेम भगत जेह जानी। कहो कबीर जन भय खाल से, प्रेम भगत जेह जानी। वाहिगुरु जी का खालसा, वाहिगुरु जी की फतेह। परम सम्मानयोग जुगों जुग अटल शब्द गुरु बाणी के बोहित धन धन श्री गुरु ग्रंथ साहब महाराज जी की पावन पाक हजूरी विच जुड़ बैठे सतसंगी जनों। गुरु महाराज जी की अपार कृपा हुई, संगतां पासों प्रेम सहित कीर्तन सरवण कीता है। आओ अस्थान ते भगतां दी बाणी दी विचार चल रही है। भगतां दी बाणी लड़ीवार विचार अज आपां सोरठ राग दा तीजा शबद इसका मूल पाठ किया है।
ਭਗਤ ਕਬੀਰ ਸਾਹਿਬ ਜੀ ਸ਼ਬਦ ਦੇ ਰਾਹੀਂ ਇਹ ਗੱਲ ਸਮਝਾਉਣਾ ਚਾਹੁੰਦੇ ਨੇ, ਪਰਮਾਤਮਾ ਦਾ ਭਜਨ ਹੀ ਮਨੁੱਖ ਦੇ ਕਰਨ ਯੋਗ ਕੰਮ ਹੈ ਤੇ ਇਹ ਇੱਕ ਮੌਤ ਦੇ ਸਹਿਮ ਤੋਂ, ਡਰ ਤੋਂ ਸਾਨੂੰ ਬਚਾ ਸਕਦਾ ਹੈ। ਤੇ ਕਰਮ ਕਾਂਡ, ਜੋਗ, ਤਪ ਆਦਿਕ ਜਿਹੜੇ ਨੇ ਉਹ ਸਿਮਰਨ ਦੇ ਟਾਕਰੇ ਤੁੱਛ ਹਨ। ਆਓ ਕਿ ਜੋ ਸਭ ਤੋਂ ਉੱਪਰ ਦਾ ਕੰਮ ਹੈ ਉਸ ਪਰਮਾਤਮਾ ਦੀ ਸਿਫਤ ਸਲਾਹ ਹੈ। ਇਹਨੂੰ ਮਹਾਰਾਜ ਕਹਿੰਦੇ ਸਭ ਤੇ ਉੱਤਮ ਹਰ ਕੀ ਕਥਾ। ਕਥਾ ਦਾ ਅਰਥ ਹੈ ਸਿਫਤ ਸਲਾਹ। ਸਭ ਤੋਂ ਉੱਤਮ ਕੋਈ ਕੰਮ ਹੈ ਤੇ ਉਸ ਮਾਲਕ ਦੀ ਵਡਿਆਈ ਹੈ, ਪ੍ਰਭੂ ਦਾ ਸਿਮਰਨ ਹੈ। ਆਓ ਭਗਤ ਜੀ ਜੋ ਸਾਨੂੰ ਸਮਝਾਉਣਾ ਚਾਹ ਰਹੇ ਹਨ ਕਿ ਜਿਹੜਾ ਕਰਨ ਜੋ ਕੰਮ ਹੈ ਪ੍ਰਭੂ ਦੀ ਸਿਫਤ ਸਲਾਹ, ਉਹ ਅਸੀਂ ਕੀਤਾ ਹੀ ਨਹੀਂ। ਆਓ ਕਿ ਉਸ ਕੰਮ ਨੂੰ ਸਿਰੇ ਨਹੀਂ ਚਾੜਿਆ ਤੇ ਹੋਰ ਕੰਮ ਸੰਸਾਰ ਵਿੱਚ ਆ ਕੇ ਕਰਦੇ ਰਹੇ, ਕਰਮ ਕਾਂਡ ਕਰਦੇ ਰਹੇ, ਵਿਖਾਵੇ ਦੇ ਕਾਰਜ ਕਰਦੇ ਰਹੇ, ਪਰ ਜਿਹੜਾ ਅਸਲੀ ਕੰਮ ਸੀ ਉਹ ਕੀਤਾ ਨਹੀਂ। ਸੋ ਆਓ ਵਿਚਾਰ ਨਾਲ ਜੁੜਦੇ ਹਾਂ। ਸਾਰੀਆਂ ਸੰਗਤਾਂ ਨੂੰ ਬੇਨਤੀ ਹੈ, ਪ੍ਰੇਮ ਸਹਿਤ ਗੁਰੂ ਚਰਨਾਂ ਝੁਕਾਓ ਸੀਸ। ਗੁਰੂ ਮੰਤਰ ਦੀ ਸਾਂਝ ਕਰੋ, ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ। ਫਿਰ ਕਰੋ ਕਿਰਪਾ, ਸਤਨਾਮ ਸ੍ਰੀ ਵਾਹਿਗੁਰੂ। ਮਨੁੱਖ ਨੂੰ ਬਾਰ-ਬਾਰ ਇਹੀ ਸਮਝਾਇਆ ਜਾਂਦਾ ਹੈ ਕਿ ਇਹ ਮਨੁੱਖ, ਤੂੰ ਇਸ ਸੰਸਾਰ ਦੇ ਵਿੱਚ ਕਿਸੇ ਖਾਸ ਕਾਰਜ ਵਾਸਤੇ ਆਇਆ ਹੈ। ਸਾਨੂੰ ਜੋ ਇਹ ਮਨੁੱਖੀ ਜੀਵਨ ਮਿਲਿਆ, ਜਿਤਨੀਆਂ ਵੀ ਕਾਦਰ ਨੇ ਕੁਦਰਤ ਵਿੱਚ ਜੂਨਾਂ ਬਣਾਈਆਂ, ਉਹਨਾਂ ਸਾਰੀਆਂ ਜੂਨਾਂ ਵਿੱਚੋਂ ਸਰਵ ਸ੍ਰੇਸ਼ਟ ਜੀਵਨ ਹੈ ਮਨੁੱਖ ਦਾ। ਇਸ ਤੋਂ ਹੋਰ ਮਹਾਨ ਕੋਈ ਜੀਵਨ ਨਹੀਂ ਹੋ ਸਕਦਾ। ਇਹ ਸਭ ਤੋਂ ਸ਼੍ਰੋਮਣੀ ਹੈ। ਔਰ ਮਨੁੱਖ ਨੂੰ ਹੀ ਉਸ ਰੱਬ ਨੇ ਇਹ ਮੱਤ ਦਿੱਤੀ ਹੈ ਕਿ ਇਹ ਚੰਗਿਆਈ ਤੇ ਬੁਰਿਆਈ ਨੂੰ ਸਮਝ ਸਕਦਾ ਹੈ, ਗੁਣ ਤੇ ਅਵਗੁਣਾਂ ਨੂੰ ਜਾਣ ਸਕਦਾ ਹੈ, ਚੰਗੇ ਤੇ ਮਾੜੇ ਦੀ ਪਰਖ ਕਰ ਸਕਦਾ ਹੈ। ਮਨੁੱਖਾ ਜੀਵਨ ਮਹਾਨ ਹੈ। ਇਸ ਕਰਕੇ ਇਸ ਜੀਵਨ ਨੂੰ ਪ੍ਰਾਪਤ ਕਰਕੇ ਆਪਾਂ ਉਸ ਕਾਰਜ 'ਚ ਲੱਗਣਾ ਹੈ ਜਿਹੜਾ ਕਾਰਜ ਇਸ ਸਰੀਰ ਨੇ ਕਰਨਾ ਹੈ ਔਰ ਜਿਸ ਕਰਕੇ ਸਰੀਰ ਮਿਲਿਆ। ਤੇ ਜੇ ਆਪਾਂ ਗੁਰਬਾਣੀ ਨੂੰ ਪੁੱਛਦੇ ਹਾਂ ਤੇ ਸਤਿਗੁਰੂ ਕਹਿੰਦੇ ਇਹ ਸਰੀਰ ਮਿਲਿਆ ਆਇਓ ਸੁਣਨ ਪੜਨ ਕੋ ਬਾਣੀ। ਤੂੰ ਸੰਸਾਰ ਵਿੱਚ ਆਇਆ ਨਾ ਤੇ ਇੱਥੇ ਬਾਣੀ ਸੁਣਨ ਵਾਸਤੇ ਤੇ ਬਾਣੀ ਪੜਨ ਵਾਸਤੇ ਆਇਆ। ਜਾਂ ਮਹਾਰਾਜ ਕਹਿੰਦੇ ਪ੍ਰਾਣੀ ਤੂੰ ਆਇਆ ਲਾਹਾ ਲੈਣ। ਅਸੀਂ ਇੱਥੇ ਸੰਸਾਰ ਦੇ ਵਿੱਚ ਲਾਹਾ ਲੈਣ ਵਾਸਤੇ ਆਏ ਹਾਂ। ਗੁਰਬਾਣੀ ਨੇ ਸਪਸ਼ਟ ਦੱਸ ਦਿੱਤਾ ਵੀ ਇੱਥੇ ਤੇਰੇ ਆਉਣ ਦਾ ਮਕਸਦ ਕੁਝ ਹੋਰ ਹੈ। ਜਿਨ੍ਹਾਂ ਕੰਮਾਂ ਵਿੱਚ ਤੂੰ ਲੱਗਿਆ ਹੋਇਆ ਉਹ ਕੰਮ ਤੇਰੇ ਨਹੀਂ ਹਨ। ਤੇਰਾ ਮਕਸਦ ਹੀ ਸੱਚ ਨਾਲ ਜੁੜਨਾ ਸੀ। ਤੇਰਾ ਮਕਸਦ ਹੀ ਸੰਸਾਰ ਦੇ ਵਿੱਚ ਆ ਕੇ ਉਹ ਲਾਹਾ ਪ੍ਰਾਪਤ ਕਰਨਾ ਸੀ ਜੋ ਬਾਕੀ ਜੂਨਾਂ ਨਹੀਂ ਪ੍ਰਾਪਤ ਕਰ ਸਕਦੇ। ਇਹ ਗੱਲ ਖਿਆਲ ਕਰਿਓ, ਇੱਕ ਮਨੁੱਖੀ ਜੂਨ ਹੈ ਜਿਹੜੀ ਕਿ ਉਹ ਲਾਹਾ ਪ੍ਰਾਪਤ ਕਰ ਸਕਦੀ ਹੈ, ਬਾਕੀ ਜੂਨਾਂ ਨੂੰ ਉਹ ਲਾਹਾ ਪ੍ਰਾਪਤ ਨਹੀਂ ਹੋ ਸਕਦਾ। ਔਰ ਜਿਹੜੇ ਕੰਮ ਅਸੀਂ ਕਰ ਰਹੇ ਹਾਂ ਬਾਕੀ ਜੂਨਾਂ ਵੀ ਕਰ ਰਹੀਆਂ। ਬੱਚੇ ਉਹ ਵੀ ਪੈਦਾ ਕਰਦੇ ਨੇ, ਪਰਿਵਾਰ ਉਹਨਾਂ ਦਾ ਵੀ ਹੈ, ਆਪਣੇ ਬੱਚਿਆਂ ਨੂੰ ਉਹ ਵੀ ਪਾਲਦੇ ਨੇ।
ਆਲਣਾ ਜਿਹੜੇ ਨੇ ਉਹ ਵੀ ਅਸੀਂ ਦੇਖਦੇ ਹਾਂ, ਕਈ ਪਸ਼ੂ ਐਸੇ ਨੇ ਜਿਹੜੇ ਖੁੱਡ ਬਣਾ ਲੈਂਦੇ ਨੇ, ਕਈ ਪੰਛੀ ਐਸੇ ਨੇ ਜਿਹੜੇ ਘਰ ਬਣਾ ਲੈਂਦੇ ਨੇ, ਆਲਣਾ ਬਣਾ ਲੈਂਦੇ ਨੇ। ਸੋ ਇਸ ਦਾ ਅਰਥ ਸਪਸ਼ਟ ਹੋਇਆ ਕਿ ਮਨੁੱਖਾ ਜੀਵਨ ਜਿਹੜਾ ਕੇਵਲ ਇਹਨਾਂ ਕੰਮਾਂ ਵਾਸਤੇ ਨਹੀਂ ਹੈ, ਉਹ ਤਾਂ ਬਾਕੀ ਜੂਨਾਂ ਦੇ ਜੀਵ ਵੀ ਕਰੀ ਜਾਂਦੇ ਹਨ। ਸਾਡਾ ਕਾਰਜ ਪਹੀ ਪ੍ਰਾਪਤ ਮਾਨੁਖ ਦੇ ਹੁਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ। ਅਵਰ ਕਾਜ ਤੇਰਾ ਕਿਤੈ ਨ ਕਾਮ, ਮਿਲ ਸਾਧ ਸੰਗਤ ਭਜ ਕੇਵਲ ਨਾਮ। ਤੇ ਫਿਰ ਮਹਾਰਾਜ ਕਹਿੰਦੇ ਸਰੰਜਾਮ ਲਾਗ ਭਵਜਲ ਤਰਨ ਕੈ। ਤੇ ਨਾਲ ਮਹਾਰਾਜ ਨੂੰ ਕਹਿਣਾ ਪਿਆ ਜਨਮ ਬਿਰਥਾ ਜਾਤ ਰੰਗ ਮਾਇਆ ਕੈ। ਇਹ ਤੇਰਾ ਜਨਮ ਵਿਅਰਥ ਜਾ ਰਿਹਾ ਹੈ, ਮਾਇਆ ਦੇ ਰੰਗ ਵਿੱਚ, ਮਾਇਆ ਦੇ ਪ੍ਰੇਮ ਵਿੱਚ ਤੂੰ ਆਪਣੇ ਜੀਵਨ ਨੂੰ ਬਤੀਤ ਕਰ ਰਿਹਾ ਹੈ। ਇਸ ਕਰਕੇ ਇੰਤਜ਼ਾਮ ਦੇ ਵਿੱਚ ਲੱਗ। ਅਸੀਂ ਕੋਈ ਦੁਨਿਆਵੀ ਕੰਮ ਕਰਨਾ ਹੁੰਦਾ ਹੈ, ਅਸੀਂ ਉਪਰਾਲੇ ਕਰਦੇ ਹਾਂ, ਉੱਦਮ ਕਰਦੇ ਹਾਂ। ਕਿਸੇ ਯਾਤਰਾ 'ਤੇ ਜਾਣਾ ਹੋਵੇ, ਪਹਿਲਾਂ ਸਾਰਾ ਇੰਤਜ਼ਾਮ ਕਰਦੇ ਹਾਂ, ਕਿਹੜਾ ਕਿਹੜਾ ਸਮਾਨ ਲੈ ਕੇ ਜਾਣਾ ਹੈ, ਖਰਚੇ ਵਾਸਤੇ ਪੈਸੇ ਇਕੱਠੇ ਕਰਦੇ ਹਾਂ, ਹੋਟਲ ਬੁੱਕ ਕਰਦੇ ਹਾਂ, ਕਿੱਥੇ ਰਹਿਣਾ, ਹਰ ਇੱਕ ਚੀਜ਼ ਦੀ ਤਿਆਰੀ ਕਰਕੇ ਪਲਾਨ ਕਰਕੇ ਜਾਂਦੇ ਹਾਂ ਹੈ ਜੀ। ਪਰ ਮਨੁੱਖ ਆਪਣੀ ਜ਼ਿੰਦਗੀ ਦਾ, ਮਨੁੱਖਾ ਜੀਵਨ ਦਾ ਕੋਈ ਪਲਾਨ ਹੀ ਨਹੀਂ ਕਰ ਰਿਹਾ। ਜਿਸ ਇੰਤਜ਼ਾਮ ਦੇ ਵਿੱਚ ਲੱਗਣਾ ਸੀ ਉਸ ਦੇ ਵਿੱਚ ਲੱਗ ਹੀ ਨਹੀਂ ਰਹੇ ਸੀ, ਕਿਉਂਕਿ ਇਸ ਸਰੀਰ ਦੀ ਯਾਤਰਾ ਸ਼ਮਸ਼ਾਨ ਘਾਟ ਹੈ। ਪਰ ਸਾਡੇ ਕੋਲ ਜਿਹੜਾ ਮਨ ਹੈ ਉਹਦੀ ਯਾਤਰਾ ਤਾਂ ਲੰਮੇਰੀ ਹੈ ਨਾ, ਉਸ ਦੇ ਵਾਸਤੇ ਤਾਂ ਕੁਝ ਚਾਹੀਦਾ ਸਾਨੂੰ ਕਿ ਉਹ ਯਾਤਰਾ ਪੂਰੀ ਹੋਵੇ। ਇਸ ਕਰਕੇ ਪਿਆਰ ਵਾਲਿਓ ਭਗਤ ਜੀ ਕਹਿੰਦੇ ਨੇ ਮਨ ਰੇ ਸਰਿਓ ਨਾ ਏਕੈ ਕਾਜਾ। ਨਾਲ ਕਹਿਣ ਲੱਗੇ ਭਜਿਓ ਨਾ ਰਘੂਪਤ ਰਾਜਾ ਰਹਾਉ। ਆਖਣ ਲੱਗੇ ਹੇ ਮਨ, ਤੂੰ ਪ੍ਰਕਾਸ਼ ਰੂਪ ਦਾ ਭਜਨ ਨਹੀਂ ਕੀਤਾ, ਰਘੂਪਤੀ ਨੂੰ ਤੂੰ ਭਜਿਆ ਨਹੀਂ, ਜਿਹੜਾ ਪ੍ਰਕਾਸ਼ ਸਰੂਪ ਹੈ। ਉਸ ਅਕਾਲ ਪੁਰਖ ਦਾ ਭਜਨ ਨਹੀਂ ਕੀਤਾ, ਪਰਮਾਤਮਾ ਨੂੰ ਭਜਿਆ ਨਹੀਂ, ਜਿਹੜਾ ਸਾਰੀ ਸ੍ਰਿਸ਼ਟੀ ਦਾ ਰਾਜਾ ਹੈ। ਇਹਨੂੰ ਮਹਾਰਾਜ ਕਹਿੰਦੇ ਨੇ ਕਉ ਹਰ ਸਮਾਨ ਨਹੀਂ ਰਾਜਾ, ਇਹ ਭੂਪਤ ਸਭ ਦਿਵਸ ਚਾਰ ਕੇ ਝੂਠੇ ਕਰਤ ਦਿਵਾਜਾ। ਹਰੀ ਵਰਗਾ ਕੋਈ ਰਾਜਾ ਹੈ ਹੀ ਨਹੀਂ ਸੰਸਾਰ 'ਚ, ਤੇ ਉਸ ਰਾਜੇ ਨੂੰ ਤੂੰ ਭਜਿਆ ਨਹੀਂ ਹੈ। ਔਰ ਨਾਲ ਕਹਿਣ ਲੱਗੇ, ਕਹਿੰਦੇ ਮਨ ਰੇ ਸਰਿਓ ਨਾ ਏਕੈ ਕਾਜਾ। ਕਹਿੰਦੇ ਤੈਥੋਂ ਇਹ ਇੱਕ ਕੰਮ ਵੀ ਜੋ ਤੇਰੇ ਕਰਨ ਯੋਗ ਸੀ ਉਹ ਨਹੀਂ ਹੋ ਸਕਿਆ, ਕਿਉਂਕਿ ਜਿਹੜਾ ਕਰਨ ਯੋਗ ਕੰਮ ਸੀ ਉਹ ਤੇਰਾ ਸਿਰੇ ਨਹੀਂ ਚੜ੍ਹਿਆ। ਤੇਰਾ ਕੰਮ ਤਾਂ ਮਨੁੱਖਾ ਜੀਵਨ ਦਾ ਇਹੀ ਸੀ ਕਿ ਤੂੰ ਪ੍ਰਕਾਸ਼ ਰੂਪ ਪਰਮਾਤਮਾ ਦਾ ਭਜਨ ਕਰਦਾ, ਉਸਦੀ ਸਿਫਤ ਸਲਾਹ ਕਰਦਾ, ਉਹਦੀ ਵਡਿਆਈ ਕਰਦਾ, ਉਸਦੇ ਨਾਲ ਜੁੜਦਾ, ਉਹਨੂੰ ਸਮਝਣ ਦਾ ਯਤਨ ਕਰਦਾ, ਪਰ ਉਸਨੂੰ ਤੂੰ ਭਜਿਆ ਹੀ ਨਹੀਂ, ਭਜਨ ਹੀ ਨਹੀਂ ਕੀਤਾ। ਔਰ ਤੇਰੇ ਕੋਲੋਂ ਉਹ ਕਾਰਜ ਨਹੀਂ ਹੋ ਸਕਿਆ ਜਿਹੜਾ ਤੇਰੇ ਕਰਨ ਯੋਗ ਕੰਮ ਸੀ, ਜਿਹੜਾ ਕੰਮ ਤੂੰ ਕਰਨਾ ਸੀ ਔਰ ਤੇਰੇ ਕਰਨ ਯੋਗਾ ਕੰਮ ਸੀ। ਇੱਕੋ ਗੱਲ ਜੀਵਨ 'ਚ ਯਾਦ ਰੱਖਿਓ ਪਿਆਰਿਓ, ਮਨੁੱਖ ਮੁਸ਼ਕਿਲ ਤੋਂ ਮੁਸ਼ਕਿਲ ਕੰਮ ਕਰ ਸਕਦਾ ਹੈ ਔਰ ਕਰਦਾ ਹੈ। ਸੰਸਾਰੀ ਕਿਤਨਾ ਵੀ ਔਖਾ ਕੰਮ ਹੋਵੇ ਉਸਨੂੰ ਇਹ ਆਸਾਨ ਬਣਾ ਲੈਂਦਾ ਹੈ, ਅਤੇ ਰੱਬ ਦੀ ਭਜਨ ਬੰਦਗੀ ਨੂੰ ਪੂਰੀ ਜ਼ਿੰਦਗੀ ਕਹੀ ਜਾਂਦਾ ਬੜਾ ਔਖਾ ਕੰਮ ਹੈ। ਇਹ ਤਾਂ ਜੀ ਹੋਣਾ ਹੀ ਨਹੀਂ ਸਾਡੇ ਕੋਲੋਂ। ਅਸੀਂ ਕਿੱਥੇ ਕਰ ਸਕਦੇ ਹਾਂ, ਅਸੀਂ ਤਾਂ ਕਲਯੁਗੀ ਜੀਵ ਹਾਂ ਜੀ, ਅਸੀਂ ਤਾਂ ਮਾਇਆ ਦੇ ਵਿੱਚ ਖਚਿਤ ਰਹਿਣ ਵਾਲੇ, ਇੱਦਾਂ ਹੀ ਕਹੀ ਜਾਂਦਾ ਬੰਦਾ ਪੂਰੀ ਜ਼ਿੰਦਗੀ। ਸਾਡੇ ਜੋਗੇ ਕਿੱਥੇ ਹੋਣਾ ਇਹ ਕੰਮ, ਅਸੀਂ ਕਿਵੇਂ ਕਰ ਸਕਦੇ ਹਾਂ? ਕਿਉਂਕਿ ਜਿਹੜਾ ਕਰਨ ਯੋਗ ਕੰਮ ਸੀ ਸਾਡਾ, ਜਿਹੜਾ ਅਸੀਂ ਸਾਰੇ ਹੀ ਕਰ ਸਕਦੇ ਸਾਂ, ਬੱਚੇ ਤੋਂ ਲੈ ਕੇ ਬ੍ਰਿਧ ਤੱਕ, ਜਦੋਂ ਤੱਕ ਸਾਨੂੰ ਸਵਾਸ ਮਿਲੇ ਨੇ ਸੰਸਾਰ ਦੇ ਵਿੱਚ ਰਹਿਣ ਦੇ,
ਉਸ ਤੋਂ ਪਹਿਲਾਂ ਹਰ ਇੱਕ ਬੰਦਾ ਕਾਰਜ ਕਰ ਸਕਦਾ। ਇਸ ਕਰਕੇ ਅਸੀਂ ਦੇਖਦੇ ਹਾਂ ਕਿ ਇੱਥੇ ਤਾਂ 5 ਸਾਲ ਦੇ ਬੱਚੇ ਵੀ ਭਗਤ ਹੋਏ, 5.25 ਸਾਲ ਦੇ ਨੇ ਗੁਰੂ ਹਰਕ੍ਰਿਸ਼ਨ ਪਿਤਾ ਗੁਰੂ ਨਾਨਕ ਦੀ ਗੱਦੀ ਦੇ ਮਾਲਕ ਹੋਏ। ਇੱਥੇ ਤਾਂ ਜਵਾਨ ਵੀ ਗੁਰੂ ਨੇ ਅਤੇ ਬਿਰਧ ਅਵਸਥਾ ਦੇ ਵਿੱਚ ਵੀ ਗੁਰੂ ਹੋਏ, ਸਿੱਖੀ ਵੀ ਕਮਾਈ। ਪਾਓ ਕਿ ਜਦੋਂ ਤੱਕ ਸਵਾਸ ਨਿਕਲਦੇ ਹਨ ਉਸ ਤੋਂ ਪਹਿਲਾਂ ਅਸੀਂ ਕਿਸੇ ਵੀ ਉਮਰ ਦੇ ਅੰਦਰ ਆਪਣੇ ਜੀਵਨ ਦਾ ਕਾਰਜ ਕਰਨਾ। ਇਸ ਕਰਕੇ ਗੁਰਬਾਣੀ ਕਹਿੰਦੀ ਹੈ ਕਿ ਸਵਾਸਾਂ ਦਾ ਪਤਾ ਨਹੀਂ, ਇਸ ਕਰਕੇ ਤੂੰ ਹੁਣੇ ਹੀ ਕਾਰਜ 'ਚ ਲੱਗ ਜਾ। ਇਹ ਤੂੰ ਸੋਚੇ ਨਾ ਵੀ ਬਿਰਧ ਅਵਸਥਾ ਵਿੱਚ ਜਾ ਕੇ ਕਾਰਜ ਕਰਾਂਗੇ, ਬਾਅਦ ਵਿੱਚ ਸਮਾਂ ਪਿਆ ਬਤੇਰਾ ਫਿਰ ਵੇਖ ਲਾਂਗੇ। ਗੁਰਮਤਿ ਨੇ ਸਪਸ਼ਟ ਕੀਤਾ, ਬਾਲ ਜਵਾਨੀ ਅਰ ਬਿਰਧ ਫੁਨ ਤੀਨ ਅਵਸਥਾ ਜਾਨ, ਕਹੋ ਨਾਨਕ ਹਰ ਭਜਨ ਬਿਨ ਬਿਰਥਾ ਸਹੀ ਮਾਨ। ਗੁਰੂ ਸਾਹਿਬ ਇਸ ਕਰਕੇ ਸਾਨੂੰ ਬਾਰ-ਬਾਰ ਕਹਿੰਦੇ ਨੇ ਕਿ ਤੂੰ ਪਰਮਾਤਮਾ ਦੇ ਸਿਮਰਨ ਵਾਸਤੇ ਨਾ ਦੇਰ ਨਾ ਕਰਿਆ ਕਰ, ਕਿਉਂਕਿ ਮੌਤ ਦਾ ਪਤਾ ਨਹੀਂ ਹੈ ਕਦੋਂ ਆ ਜਾਵੇ। ਇੱਥੇ ਤਾਂ ਗੁਰਬਾਣੀ ਕਹਿੰਦੀ, ਹਰ ਜਪਦਿਆਂ ਖਿਨ ਢਿੱਲ ਨਾ ਕੀਜਈ, ਮੇਰੀ ਜਿੰਦੜੀਏ ਮਤ ਕੇ ਜਾਪੈ ਸਾ ਆਵੈ ਕਿ ਨਾ ਆਵੈ ਰਾਮ। ਪਤਾ ਨਹੀਂ ਅਗਲਾ ਸਵਾਸ ਆਉਣਾ ਕਿ ਨਹੀਂ ਆਉਣਾ, ਕਿਸੇ ਨੂੰ ਭਰੋਸਾ ਨਹੀਂ ਉਸਦਾ। ਹਾਂ, ਇਹ ਗੱਲ ਵੱਖਰੀ, ਅਸੀਂ ਆਸ ਲੈ ਕੇ ਸੰਸਾਰ ਵਿੱਚ ਪਦਾਰਥਾਂ ਵਿੱਚ ਗਲਤਾਨ ਹੋਏ ਸੰਸਾਰ ਦੀਆਂ ਵਾਸਨਾਵਾਂ ਦੇ ਵਿੱਚ ਜਦੋਂ ਗਲਤਾਨ ਹੋ ਜਾਂਦੇ ਤਾਂ ਬਹੁਤ ਲੰਬੀ ਜੀਵਨ ਦੀ ਆਸ ਲੈ ਲੈਂਦੇ, ਔਰ ਇੱਦਾਂ ਦਾ ਭੁਲੇਖਾ ਪੈਣਾ ਸ਼ੁਰੂ ਹੋ ਜਾਂਦਾ ਸੀ ਕਿਹੜਾ ਜੇ ਮਰਨਾ, ਅਜੇ ਤਾਂ ਬੜੀ ਜ਼ਿੰਦਗੀ ਪਈ ਹੈ। ਇਸ ਤਰ੍ਹਾਂ ਮਨੁੱਖ ਦੇ ਅੰਦਰ ਭੁਲੇਖੇ ਪੈਦਾ ਹੋ ਜਾਂਦੇ, ਔਰ ਆਪਣੇ ਉਸ ਕਾਰਜ ਵਿੱਚ ਅਸੀਂ ਫਿਰ ਲੱਗਦੇ ਨਹੀਂ। ਇਸ ਕਰਕੇ ਗੁਰਬਾਣੀ ਨੇ ਇਹ ਸਪਸ਼ਟ ਕੀਤੀਆਂ ਗੱਲਾਂ, ਭਾਈ ਸੰਸਾਰ ਵਿੱਚ ਆਇਆ ਆਪਣੇ ਕੰਮ 'ਚ ਲੱਗ, ਇਹ ਨਾ ਵੇਖ ਵੀ ਇਹ ਬੱਚਾ ਹੈ। ਨਹੀਂ ਤਾਂ ਜੇ ਤੂੰ ਇੱਦਾਂ ਕਹਿੰਦਾ ਰਿਹਾ ਤਾਂ 12 ਵਰਸ ਬਾਲਪਨ ਬੀਤੇ, 20 ਵਰਸ ਕਛ ਤਪ ਨਾ ਕੀਓ, 30 ਵਰਸ ਕਛ ਦੇਵ ਨਾ ਪੂਜਾ, ਫਿਰ ਪਛਤਾਨਾ ਬਿਰਧ ਪਇਓ। ਮੇਰੀ ਕਰਤੇ ਜਨਮ ਗਇਓ। ਇਹ ਜੀਵਨ ਚਲਾਈ ਜਾਣਾ ਇਸ ਤਰ੍ਹਾਂ ਹੀ। ਭੁਲੇਖਾ ਹੁੰਦਾ ਨਾ ਮਨੁੱਖ ਨੂੰ ਵੀ ਬਾਅਦ 'ਚ ਵੇਖ ਲਾਂਗੇ। ਸਤਿਗੁਰੂ ਕਹਿੰਦੇ ਨਹੀਂ ਭਾਈ, ਆਪਣੇ ਜੀਵਨ ਦੀ ਤਿਆਰੀ ਕਰ, ਬਚਪਨ ਤੋਂ ਤਿਆਰੀ ਕਰ। ਜਿਤਨਾ ਕੋਈ ਛੋਟਾ ਹੁੰਦਾ ਇਸ ਪਾਸੇ ਲੱਗ ਜਾਂਦਾ, ਉਤਨਾ ਆਪਣੇ ਜੀਵਨ ਨੂੰ ਉਹ ਸੁਚੱਜਾ ਬਣਾ ਲੈਂਦਾ। ਔਰ ਜਿਹੜੇ ਇਹ ਆਸ 'ਚ ਰਹਿੰਦੇ ਨੇ ਵੀ ਇਹ ਬਚਪਨ ਖੇਲਣ ਵਾਸਤੇ ਦਿੱਤਾ ਹੈ, ਬਚਪਨ ਦੇ ਵਿੱਚ ਤਾਂ ਖੇਡਾਂ 'ਚ ਮਸਤ ਰਹੀਏ, ਜਵਾਨੀ ਵਿੱਚ ਸੰਸਾਰ ਦੇ ਕਾਰਜਾਂ ਵਿੱਚ ਮਸਤ ਰਹੀਏ, ਬੁਢੇਪੇ ਵਿੱਚ ਜਾ ਕੇ ਵੇਖਾਂਗੇ ਨਾਮ ਤਾਂ ਉੱਥੇ ਉਸ ਵੇਲੇ ਕੋਈ ਕੰਮ ਨਹੀਂ ਹੋਣਾ। ਇਹ ਸਾਡਾ ਭੁਲੇਖਾ ਹੈ ਕਿ ਬੁਢੇਪੇ ਵਿੱਚ ਕੋਈ ਕੰਮ ਨਹੀਂ ਹੁੰਦਾ। ਸਗੋਂ ਕਈ ਵਾਰੀ ਅਸੀਂ ਦੇਖਦੇ ਹਾਂ ਕਿ ਬਚਪਨ ਜਮਾਨੇ ਨਾਲੋਂ ਬੁਢੇਪੇ ਵਿੱਚ ਬੰਦੇ ਨੂੰ ਜ਼ਿਆਦਾ ਕੰਮ ਕਰਨੇ ਪੈਂਦੇ। ਜਿਹੜਾ ਮਨੁੱਖ ਭੁਲੇਖੇ 'ਚ ਰਹਿੰਦਾ ਨਾ ਵੀ ਬੁਢੇਪੇ ਵਿੱਚ ਤਾਂ ਕੋਈ ਕੰਮ ਹੋਣਾ ਹੀ ਨਹੀਂ, ਉੱਥੇ ਆਪਾਂ ਵਿਹਲੇ ਹੋ ਜਾਣਾ। ਬੰਦਾ ਕਦੇ ਜਦੋਂ ਤੱਕ ਸਵਾਸ ਨੇ, ਯਾਦ ਰੱਖਿਓ, ਵਿਹਲਾ ਨਹੀਂ ਹੋ ਸਕਦਾ। ਔਰ ਵੈਸੇ ਵੀ ਉਹ ਅਵਸਥਾ ਇੱਕ ਐਸੀ, ਮਹਾਰਾਜ ਕਹਿੰਦੇ ਨੈਨੋ ਨੀਰ ਪਹਿ ਤਨ ਕੀਨਾ ਪਹਿ ਕੇਸ ਰੁਦਬਾਨੀ, ਰੋਦਾ ਕੰਠ ਸ਼ਬਦ ਨਹੀਂ ਉਚਰੈ ਅਬ ਕਿਆ ਕਰੈ ਪੁਰਾਣੀ। ਮੇਰੇ ਰਾਮ ਰਾਏ ਹੋਏ ਵੈਦ ਬਨਵਾਰੀ, ਆਪਣੇ ਸੰਤੈ ਲਿਹੋ ਉਬਾਰੀ, ਮਾਥੇ ਪੀਰ ਸਰੀਰ ਜਲਨ ਹੈ ਕਰਕ ਕਰੇ ਜੇ ਮਾਹੀ, ਐਸੀ ਵੇਦਨ ਉਪਜ ਖਰੀ ਵਈ ਵਾਕਾ ਔਖਦ ਨਾਹੀਂ। ਉਸਦੀ ਕੋਈ ਦਵਾਈ ਨਹੀਂ ਹੈ, ਬੁਢੇਪੇ ਦੀ ਕੋਈ ਦਵਾਈ ਥੋੜ੍ਹੀ ਹੈ। ਮਹਾਰਾਜ ਕਰ ਕਹਿੰਦੇ ਮੱਥੇ ਦੇ ਉੱਤੇ ਪੀੜ, ਸਿਰ ਦਰਦ ਰਹਿਣ ਲੱਗ ਪੈਂਦਾ, ਸਰੀਰ ਜਲਨ ਹੈ, ਐਸਿਡਿਟੀ ਬਣਨੀ ਸ਼ੁਰੂ ਹੋ ਜਾਂਦੀ ਹੈ, ਕਰਕ ਕਰੇ ਜੇ ਮਾਹੀ, ਛਾਤੀ ਵਿੱਚ ਦਰਦ। ਹੁਣ ਐਸੀ ਬੁਢੇਪੇ ਦੀ ਹਾਲਤ ਹੈ, ਹੁਣ ਇਸ ਬੁਢੇਪੇ ਦਾ ਇਲਾਜ ਵੀ ਕੋਈ ਨਹੀਂ, ਦਵਾਈ ਵੀ ਕੋਈ ਨਹੀਂ, ਮਹਾਰਾਜ ਕਹਿੰਦੇ। ਇਸ ਕਰਕੇ ਕਬੀਰ ਸਾਹਿਬ ਕਹਿੰਦੇ ਨੇ, ਜਿਸ ਕਾਰਜ ਲਈ ਆਇਆ ਉਹ ਕਾਰਜ ਕਰ, ਪਰ ਤੈਤੋਂ ਇਹ ਇੱਕ ਕੰਮ ਵੀ ਜੋ ਕਰਨ ਯੋਗ ਸੀ ਨਹੀਂ ਹੋ ਸਕਿਆ। ਤੂੰ ਕੀਤਾ ਹੀ ਨਹੀਂ ਉਹ ਕੰਮ ਜਿਹੜਾ ਕਰਨ ਯੋਗ ਕੰਮ ਸੀ, ਜਿਹੜਾ ਕਰਨ ਵਾਸਤੇ ਸੰਸਾਰ 'ਚ ਆਇਆ ਸੀ ਤੂੰ। ਬਾਕੀ ਤਾਂ ਸਾਰੇ ਕੰਮ ਕਰ ਲੈ ਤੂੰ।
ਜਿਹੜਾ ਕਰਨਯੋਗ ਕੰਮ ਸੀ ਉਹ ਨਹੀਂ ਕੀਤਾ। ਹੁਣ ਕੀਤਾ ਕੀ? ਕਹਿਣ ਲੱਗੇ ਵੇਦ ਪੁਰਾਨ ਸਭੈ ਮਤ ਸੁਣ ਕੈ ਕਰੀ ਕਰਮ ਕੀ ਆਸਾ। ਆਖਣ ਲੱਗੇ ਜਿਨ੍ਹਾਂ ਸਿਆਣੇ ਬੰਦਿਆਂ ਨੇ ਵੇਦ ਪੁਰਾਣ ਆਦਿਕ ਦੇ ਸਾਰੇ ਮਤ ਸੁਣ ਕੇ ਸੁਣ ਲਏ, ਧਾਰਮਿਕ ਗ੍ਰੰਥ ਕਿੰਨੇ ਵੇਦਾਂ ਦੇ ਪਾਠ ਸੁਣ ਲਏ, ਕੋਈ ਕੁਰਾਨ ਸ਼ਰੀਫ ਦੀਆਂ ਆਇਤਾਂ ਸੁਣ ਲਈਆਂ, ਅਤੇ ਕਿਸੇ ਨੇ ਗੁਰੂ ਗ੍ਰੰਥ ਸਾਹਿਬ ਜੀ ਦੇ ਸ਼ਬਦ ਸੁਣ ਲਏ। ਪਰ ਇਹ ਸਾਰਾ ਕੁਝ ਕਰਨ ਤੋਂ ਬਾਅਦ ਕੀ ਹੋਇਆ? ਪਾਓ ਕਿ ਜਿਨ੍ਹਾਂ ਸਿਆਣਿਆਂ ਬੰਦਿਆਂ ਨੇ ਵੇਦ ਪੁਰਾਣ ਆਦਿਕ ਦੇ ਸਾਰੇ ਮਤ ਸੁਣ ਕੇ ਕਰੀ ਕਰਮ ਕੀ ਆਸਾ, ਕਰਮ ਕਾਂਡ ਦੀ ਆਸ ਰੱਖੀ। ਇਹ ਆਸ ਰੱਖੀ ਕਿ ਕਰਮ ਕਾਂਡ ਨਾਲ ਜੀਵਨ ਜਿਹੜਾ ਹੈ ਉਹ ਸਰ ਜਾਏਗਾ, ਕਰਮ ਕਾਂਡਾਂ ਨਾਲ ਸਫਲਾ ਹੋ ਜਾਏਗਾ। ਪਾਓ ਕਿ ਕਰਮ ਕਾਂਡੀ ਜੀਵਨ ਬਣਾ ਲਿਆ। ਇਹ ਮਨੁੱਖ ਦੀ ਹਾਲਤ ਹੈ। ਕੁਛ ਵਿਦਵਾਨਾਂ ਨੇ ਇਹ ਵੀ ਅਰਥ ਕੀਤੇ ਨੇ ਕਿ ਧਾਰਮਿਕ ਗ੍ਰੰਥ ਸੁਣੇ ਅਤੇ ਇਹ ਸੰਸਾਰੀ ਉਹਨਾਂ ਤੋਂ ਕਰਮਾਂ ਦੀ ਆਸ ਰੱਖ ਬੈਠਾ। ਪਾਠ ਸੁਣ ਕੇ ਕੋਈ ਕਹਿੰਦਾ ਮੈਨੂੰ ਮੁਕਤੀ ਮਿਲ ਜਾਏ, ਕੋਈ ਕਹਿੰਦਾ ਮੈਨੂੰ ਘਰ ਮਿਲ ਜਾਏ, ਕੋਈ ਕਹਿੰਦਾ ਮੈਨੂੰ ਕਾਰ ਮਿਲ ਜਾਏ, ਕੋਈ ਕਹਿੰਦਾ ਦੁਨੀਆ ਦੇ ਪਦਾਰਥ ਮਿਲ ਜਾਣ। ਪਾਓ ਕਿ ਇੱਕ ਵਾਸਨਾ ਅਧੀਨ ਕਰਮ ਕੀਤੇ। ਧਾਰਮਿਕ ਗ੍ਰੰਥ ਸੁਣੇ ਤਾਂ ਸਹੀ, ਪਰ ਇੱਕ ਵਾਸਨਾ ਅਧੀਨ ਸੁਣੇ। ਇੱਕ ਮਨ ਦੇ ਵਿੱਚ ਇਹ ਵਿਚਾਰ ਰੱਖਿਆ ਵੀ ਇਹ ਪਾਠ ਕਰਾਂਗਾ ਅਤੇ ਇਹ ਪ੍ਰਾਪਤੀ ਹੋ ਜਾਏਗੀ। ਅੱਜ ਸਿੱਖ ਅਖਵਾਉਣ ਵਾਲੇ ਵੀ ਇਹੀ ਕਰ ਰਹੇ ਨੇ। ਗਿਣਤੀ ਮਿਣਤੀ ਦੇ ਮੰਤਰਾਂ ਦੇ, ਗੁਰਬਾਣੀ ਦੇ ਮੂਲ ਮੰਤਰ ਦੇ ਜਾਪ ਹੋ ਰਹੇ ਨੇ, ਜਪਜੀ ਸਾਹਿਬ ਪੜ੍ਹਿਆ ਜਾ ਰਿਹਾ, ਸੁਖਮਨੀ ਸਾਹਿਬ ਦੇ ਪਾਠ ਹੋ ਰਹੇ ਨੇ, ਔਰ ਆਪਣੇ ਆਪ ਨੂੰ ਇੱਕ ਕਰਮ ਕਾਂਡੀ ਜੀਵਨ ਦੇ ਵਿੱਚ ਅਸੀਂ ਢਾਲ ਲਿਆ, ਔਰ ਸਮਝਦੇ ਵੀ ਸ਼ਾਇਦ ਕਰਮ ਕਾਂਡੀ ਜੀਵਨ ਇੱਕ ਕਿਰਿਆ ਕਾਲੀ ਅਤੇ ਇਸ ਦੇ ਨਾਲ ਸਾਡਾ ਨਿਸਤਾਰਾ ਹੋ ਜਾਣਾ, ਜੀਵਨ ਸਫਲ ਹੋ ਜਾਣਾ। ਅਸੀਂ ਕਈ ਵਾਰੀ ਨਾ 5, 7, 10 ਮਿੰਟ 'ਚ ਜਪਜੀ ਸਾਹਿਬ ਪੜ੍ਹ ਕੇ ਸੋਚਦੇ ਬਸ ਹੋ ਗਿਆ ਕੰਮ, ਗੁਰੂ ਨਾਨਕ ਬੜੇ ਖੁਸ਼ ਹੋ ਜਾਣਗੇ ਜੇ ਸਿੱਖ ਨੇ ਜਪਜੀ ਸਾਹਿਬ ਪੜ੍ਹਿਆ। ਅਸੀਂ ਵਿਚਾਰਨ ਦੀ ਕਦੀ ਇਹ ਨਹੀਂ ਸਮਝੀ ਵੀ ਆਪਾਂ ਵਿਚਾਰ ਵੀ ਕਰਨੀ ਹੈ ਬਾਣੀ ਦੀ। ਵਿਚਾਰਨ ਦੀ ਕਦੀ ਖੇਚਲ ਹੀ ਨਹੀਂ ਕੀਤੀ। ਅਸੀਂ ਗੁਰਬਾਣੀ ਨੂੰ ਵੀ ਕਰਮ ਕਾਂਡੀ ਤਰੀਕੇ ਨਾਲ ਪੜ੍ਹਨਾ ਸ਼ੁਰੂ ਕਰ ਦਿੱਤਾ। ਭਗਤ ਜੀ ਇਸ ਕਰਕੇ ਉਹਨਾਂ ਸਾਰਿਆਂ ਬੰਦਿਆਂ ਨੂੰ ਕਹਿ ਰਹੇ ਨੇ ਜਿਹੜੇ ਕਿ ਧਾਰਮਿਕ ਗ੍ਰੰਥਾਂ ਦਾ ਪਾਠ ਆਦਿਕ ਸੁਣ ਕੇ ਔਰ ਕਰਮ ਕਾਂਡ ਦੀ ਆਸ ਰੱਖੀ ਜਾਂ ਸੰਸਾਰੀ ਕਰਮਾਂ ਦੀ ਆਸ ਰੱਖੀ। ਅਸਲ ਵਿੱਚ ਪਾਠ ਪੂਜਾ ਜਾਂ ਧਰਮ ਕਰਮ ਜਿਹੜੀ ਬਾਣੀ ਸੁਣਦੇ ਆ, ਇਹ ਤਾਂ ਉਹਨਾਂ ਨੂੰ ਲਾਭ ਮਿਲਦਾ ਪਿਆਰਿਓ ਜਿਹੜੇ ਕਿ ਬਿਲਕੁਲ ਸੰਸਾਰ ਦੇ ਵਿੱਚੋਂ ਨਿਰਵਾਣ ਹੋ ਕੇ ਮਹਾਰਾਜ ਦੀ ਸਿਫਤ ਸਲਾਹ ਸੁਣਦੇ ਆ। ਕਰਮ ਕਾਂਡ ਤਾਂ ਮਹਾਰਾਜ ਕਹਿੰਦੇ ਕਰਮ ਧਰਮ ਪਾਖੰਡ ਜੋ ਦੀਸੈ ਦੀਸੈ ਤਿਨ ਜਮ ਜਾਗਾਤੀ ਲੁਟੈ ਨਿਰਵਾਣ ਕੀਰਤਨ ਗਾਵੋ ਕਰਤੇ ਕਾ ਨਿਮਖ ਸਿਮਰਤ ਜੀ ਛੁੱਟਿਆ। ਮਹਾਰਾਜ ਕਹਿੰਦੇ ਨਿਰਵਾਣ ਹੋ ਕੇ ਵਾਸਨਾ ਰਹਿਤ ਹੋ ਕੇ ਪਰਮਾਤਮਾ ਦੀ ਸਿਫਤ ਕਰਨੀ ਜਾਂ ਸੁਣਨੀ, ਅਤੇ ਮਹਾਰਾਜ ਕਹਿੰਦੇ ਇੱਕ ਨਿਮਖ ਦੇ ਵਿੱਚ ਛੁਟਕਾਰਾ ਹੋ ਜਾਂਦਾ। ਨਿਰਮਾਣ ਦਾ ਅਰਥ ਜਿੱਥੇ ਕੋਈ ਲਾਲਚ ਨਾ ਹੋਵੇ, ਨਾ ਮੁਕਤੀ ਦਾ ਲਾਲਚ, ਨਾ ਸਵਰਗ ਦਾ ਲਾਲਚ, ਨਾ ਪਦਾਰਥਾਂ ਦੇ ਕੋਈ ਲਾਲਚ। ਜਿਵੇਂ ਕਬੀਰ ਸਾਹਿਬ ਨੇ ਆਖਿਆ, ਕਹਿੰਦੇ ਮੈਂ ਸਾਰੀਆਂ ਚੀਜ਼ਾਂ ਤਿਆਗ ਦਿੱਤੀਆਂ, ਕਵਨ ਨਰਕ ਕਿਆ ਸਵਰਗ ਵਿਚਾਰਾ ਸੰਤਨ ਦੋ ਰਾਧੇ ਹਮ ਕਾਹੂ ਕੀ ਕਾਨ ਨ ਕਰਤੇ ਆਪਣੇ ਗੁਰ ਪ੍ਰਸਾਦੇ ਅਬ ਤੋਂ ਜਾਏ ਚੜ੍ਹੇ ਸਿੰਘਾਸਨ ਮਿਲੇ ਹੈ ਸਾਰੰਗ ਪਾਣੀ ਰਾਮ ਕਬੀਰਾ ਏਕ ਪਏ ਹੈ ਕੋ ਨਾ ਸਕੇ ਪਛਾਨੀ। ਹੁਣ ਐਸਾ ਜੀਵਨ ਪ੍ਰਾਪਤ ਹੋ ਗਿਆ। ਕਿਉਂ? ਕਿਉਂਕਿ ਕਿਸੇ ਆਸ ਅਧੀਨ ਨਹੀਂ ਕੀਤਾ। ਕੋਈ ਚੀਜ਼ ਆਪਾਂ ਆਸ ਅਧੀਨ ਕਰਾਂਗੇ, ਆਸ ਵਿੱਚ ਫਸੇ ਰਹਾਂਗੇ। ਰਾਮ ਕਬੀਰਾ ਇੱਕ ਨਹੀਂ ਹੋਣਾ, ਅਸੀਂ ਅਤੇ ਰੱਬ ਨੇ ਇੱਕ ਨਹੀਂ ਹੋਣਾ। ਰੱਬ ਵੱਖਰਾ ਰਹਿ ਜਾਏਗਾ, ਅਸੀਂ ਵੱਖਰੇ ਰਹਿ ਜਾਵਾਂਗੇ। ਇਸ ਕਰਕੇ ਭਗਤ ਜੀ ਕਹਿੰਦੇ ਨੇ ਧਾਰਮਿਕ ਗ੍ਰੰਥ ਤਾਂ ਸੁਣੇ, ਇਹ ਸਾਰਾ ਕੁਝ ਸੁਣ ਕੇ, ਪਰ ਆਪਣੇ ਮਨ ਦੇ ਵਿੱਚ ਕਹਿੰਦੇ ਕਰਮ ਕਾਂਡੀ ਜੀਵਨ ਜਿਹੜਾ ਸੀ ਉਹਦੀ ਆਸ ਰੱਖੀ। ਕਰਮ ਕਾਂਡ ਨੂੰ ਹੀ ਆਪਣਾ ਜੀਵਨ ਆਧਾਰ ਬਣਾ ਲਿਆ, ਉਹਦੇ ਵਿੱਚ ਹੀ ਰੁੱਝ ਗਏ। ਮਾਫ਼ ਕਰਨਾ, ਧਰਮ ਜਿਹੜੀ ਹੈ ਉਹ ਅਗਲੀ ਚੀਜ਼ ਹੈ। ਹਾਂ, ਧਰਮ ਦੀ ਸ਼ੁਰੂਆਤ ਹੋ ਸਕਦੀ ਹੈ ਮੱਥਾ ਟੇਕਣਾ, ਇਹ ਧਰਮ ਦੀ ਸ਼ੁਰੂਆਤ ਹੋ ਸਕਦੀ ਹੈ। ਗੁਰਦੁਆਰੇ ਆਉਣਾ,
ਲੰਗਰ 'ਚ ਸੇਵਾ ਕਰਨੀ, ਜੋੜਾ ਘਰ 'ਚ ਸੇਵਾ ਕਰਨੀ, ਪਾਠ ਕਰਨੇ, ਪਰ ਧਰਮ ਉਸ ਤੋਂ ਅਗਲੀ ਚੀਜ਼ ਹੈ। ਇਹ ਤਾਂ ਸਿਰਫ ਕਰਮ ਨੇ, ਤੇ ਕਰਦੇ ਰਹਾਂਗੇ ਤੇ ਕਰਮ ਕਾਂਡ ਬਣ ਜਾਣਗੇ ਇੱਕ ਦਿਨ। ਪਤਾ ਹੀ ਨਹੀਂ ਹੋਣਾ ਵੀ ਮੱਥਾ ਕਿਉਂ ਟੇਕਣਾ, ਕਿਸ ਵਾਸਤੇ ਟੇਕ ਰਹੇ। ਗੁਰਦੁਆਰੇ 'ਤੇ ਆਏ ਹਾਂ, ਮੱਥਾ ਨਾ ਟੇਕੀਏ ਤੇ ਫਿਰ ਕੀ ਹੁੰਦਾ? ਮੱਥਾ ਟੇਕਦੇ ਤਾਂ ਕੀ ਮਿਲਦਾ? ਬਹੁਤੇ ਸਿੱਖਾਂ ਨੂੰ ਨਹੀਂ ਪਤਾ। ਪੁੱਛ ਲਓ ਅੱਜ ਦੇ ਬੱਚਿਆਂ ਨੂੰ, ਭਲਾ ਵੱਡਿਆਂ ਨੂੰ ਵੀ ਪੁੱਛ ਲਓ। ਬਾਹਰ ਜਾ ਕੇ ਤੁਸੀਂ ਪੁੱਛੋ ਵੀ ਆਪਾਂ ਗੁਰਦੁਆਰੇ ਆਏ ਹਾਂ, ਮੱਥਾ ਟੇਕਿਆ ਕਿਉਂ? ਜੀ ਪਤਾ ਨਹੀਂ, ਸਾਡੇ ਵੱਡੇ ਟੇਕਦੇ ਸੀ, ਅਸੀਂ ਵੀ ਟੇਕ ਲਿਆ। ਮੱਥਾ ਟੇਕਣ ਦਾ ਵੀ ਨਹੀਂ ਪਤਾ। ਪਾਠ ਕਿਉਂ ਕਰਨਾ ਇਹ ਵੀ ਨਹੀਂ ਪਤਾ, ਪਾਠ ਕਿਉਂ ਕਰਨਾ ਬਾਣੀ ਦਾ। ਫਿਰ ਜਦੋਂ ਇਹ ਗੱਲਾਂ ਜੀਵਨ 'ਚੋਂ ਪਾਸੇ ਹੋ ਜਾਣ ਨਾ, ਵੀ ਬਾਣੀ ਕਿਉਂ ਪੜ੍ਹਨੀ ਹੈ, ਗੁਰਦੁਆਰੇ ਕਿਉਂ ਆਉਣਾ ਹੈ, ਸੇਵਾ ਕਿਉਂ ਕਰਨੀ ਹੈ, ਬਸ ਕਰ ਰਹੇ ਹਾਂ, ਦੇਖਾ ਦੇਖੀ ਕਰ ਰਹੇ ਹਾਂ। ਉਹਨੂੰ ਮਹਾਰਾਜ ਕਹਿੰਦੇ ਦੇਖਾ ਦੇਖੀ ਸਵਾਂਗ ਧਰ, ਮਨ ਹਟ ਕਰਮ ਕਮਾਏ। ਫਿਰ ਮਨ ਹਟ ਕਰਕੇ ਕਰਮ ਕਰਨਾ ਸ਼ੁਰੂ ਕਰ ਦਿੰਦੇ, ਵੀ ਉਹ ਕਰ ਰਿਹਾ ਤਾਂ ਮੈਂ ਵੀ ਕਰਨਾ ਹੈ ਜੀ। ਇੱਦਾਂ ਹੀ ਕਰਦੇ ਨਾ ਕਈ ਵਾਰੀ, ਉਹ ਕਰ ਰਿਹਾ ਅਤੇ ਉਹਨੂੰ ਦੇਖ ਕੇ ਅਸੀਂ ਵੀ ਕਰਨਾ। ਲੈ ਉਹ ਛਬੀਲ 'ਚ ਸੇਵਾ ਕਰਦਾ, ਮੈਂ ਵੀ ਕਰਨੀ ਹੈ। ਉਹ ਜੋੜਾ ਕਰ ਸੇਵਾ ਕਰਦਾ, ਮੈਂ ਵੀ ਕਰਨੀ ਹੈ। ਪੁੱਛੋ ਕਿਉਂ ਕਰਨੀ ਹੈ? ਪਤਾ ਨਹੀਂ। ਭਗਤ ਜਿਸ ਕਰਕੇ ਸਾਨੂੰ ਇੱਕ ਗੱਲ ਇੱਥੇ ਸਮਝਾਉਣਾ ਚਾਹੁੰਦੇ ਨੇ ਪਿਆਰ ਵਾਲਿਓ, ਕਹਿੰਦੇ ਨੇ ਜੀਵਨ ਦੇ ਅੰਦਰ ਕਰਮ ਦੀ ਆਸ ਰੱਖ ਲਈ। ਫਿਰ ਕਹਿਣ ਲੱਗੇ ਕਾਲ ਗ੍ਰਸਤ ਸਭ ਲੋਕ ਸਿਆਣੇ, ਉੱਠ ਪੰਡਤ ਪੈ ਚਲੇ ਨਿਰਾਸ਼ਾ। ਆਖਣ ਲੱਗੇ ਉਹ ਸਾਰੇ ਆਤਮਿਕ ਮੌਤ ਵਿੱਚ ਹੀ ਗਰਸੇ ਗਏ ਹਨ ਜਿਹੜੇ ਕਿ ਕਰਮ ਦੀ ਆਸ ਰੱਖਦੇ ਹਨ। ਕਿਉਂਕਿ ਜਦੋਂ ਕਰਮ ਦੀ ਆਸ ਕਰ ਲਈ ਫਿਰ ਆਤਮਿਕ ਜੀਵਨ ਨਹੀਂ ਰਹਿਣਾ, ਆਤਮਿਕ ਮੌਤ ਹੋ ਜਾਣੀ ਹੈ। ਫਿਰ ਕਰਮ ਮੂਹਰੇ ਰਹੇਗਾ। ਜਿਹੜਾ ਕਰਮ ਕਰਕੇ ਅਸੀਂ ਪਾਠ ਕਰ ਰਹੇ ਹਾਂ, ਸੇਵਾ ਕਰ ਰਹੇ ਹਾਂ, ਉਹ ਕਰਮ ਅੱਗੇ ਰਹਿਣਾ। ਫਿਰ ਆਤਮਿਕ ਜੀਵਨ ਨਹੀਂ। ਜਿਹੜਾ ਬੰਦਾ ਸੇਵਾ ਆਤਮਿਕ ਜੀਵਨ ਲੈਣ ਵਾਸਤੇ ਕਰ ਰਿਹਾ ਹੈ, ਜਿਹੜਾ ਬਾਣੀ ਦਾ ਪਾਠ ਆਤਮਿਕ ਜੀਵਨ ਵਾਸਤੇ ਕਰ ਰਿਹਾ, ਵੀ ਮੇਰਾ ਜੀਵਨ ਸਫਲਾ ਹੋ ਜਾਏ, ਮੈਂ ਗੁਰੂ ਦੇ ਨੇੜੇ ਹੋ ਜਾਵਾਂ। ਅਤੇ ਮਹਾਰਾਜ ਕਹਿੰਦੇ ਨੇ ਇਹ ਜਿਹੜੇ ਸਾਰੇ ਲੋਕ ਨੇ ਆਤਮਿਕ ਮੌਤ ਵਿੱਚ ਗਰਸੇ ਗਏ ਹਨ। ਉੱਠ ਪੰਡਿਤ ਪੈ ਚੱਲੇ ਨਿਰਾਸ਼ਾ। ਅਤੇ ਪੰਡਿਤ ਲੋਕ ਪਿਹੀ, ਪੈ ਦਾ ਅਰਥ ਹੈ ਪਿਹੀ, ਪੰਡਿਤ ਪਿਹੀ ਪਾਓ, ਪੰਡਿਤ ਲੋਕ ਪਿਹੀ। ਕੀ ਹੋਇਆ? ਚੱਲੇ ਨਿਰਾਸ਼ਾ ਪਾਓ ਕਿ ਆਸ ਪੂਰੀ ਹੋਣ ਤੋਂ ਬਿਨਾਂ ਹੀ ਉੱਠ ਕੇ ਚਲੇ ਗਏ, ਪਾਓ ਜਗਤ ਤਿਆਗ ਗਏ। ਉਹਨਾਂ ਦੀ ਵੀ ਆਸ ਨਹੀਂ ਹੋਈ, ਪੂਰੀ ਹੋਈ। ਮਾਫ ਕਰਨਾ, ਗੁਸਤਾਖੀ ਦਾਸ ਕਥਾ ਸੁਣਾਉਂਦਾ, ਅਤੇ ਇਹ ਜ਼ਰੂਰੀ ਨਹੀਂ ਕਿ ਜਿਹੜਾ ਕਾਰਜ ਕਰਨ ਵਾਸਤੇ ਅਸੀਂ ਆਏ ਹਾਂ ਅਤੇ ਕਥਾ ਕਰਕੇ ਉਹ ਕਾਰਜ ਪੂਰਾ ਹੋ ਜਾਏ। ਕਈ ਵਾਰੀ ਕਥਾ ਵੀ ਕਰਮ ਕਾਂਡ ਦੀ ਬਣ ਜਾਂਦੀ ਹੈ, ਇੱਕ ਕਿਰਿਆ ਬਣ ਜਾਂਦੀ ਹੈ ਬਾਹਰ ਦੀ। ਇਸ ਕਰਕੇ ਮਹਾਰਾਜ ਨੂੰ ਇੱਕ ਗੱਲ ਕਹਿਣੀ ਪਈ ਬਾਣੀ 'ਚ, ਗਿਆਨੀ ਧਿਆਨੀ ਬਹੁ ਉਪਦੇਸੀ ਇਹ ਵਿਦ ਸਗਲੋ ਧੰਦਾ। ਇੱਕ ਅਟਲ ਸੱਚਾਈ ਹੈ। ਮਹਾਰਾਜ ਕਹਿੰਦੇ ਧੰਦਾ ਹੀ ਹੈ, ਹੋਰ ਕੁਛ ਨਹੀਂ। ਕਹਿੰਦੇ ਕਬੀਰ ਸਾਹਿਬ ਕਹਿੰਦੇ ਪੰਡਿਤ ਲੋਕ ਵੀ ਆਸ ਪੂਰੀ ਹੋਣ ਤੋਂ ਬਿਨਾਂ ਹੀ ਉੱਠ ਕੇ ਚਲੇ ਗਏ, ਪਾਓ ਜਗਤ ਤਿਆਗ ਗਏ। ਉਹਨਾਂ ਦੀ ਵੀ ਆਸ ਪੂਰੀ ਨਹੀਂ ਹੋਈ। ਉਹ ਵੀ ਰੱਬ ਦੇ ਮਿਲਾਪ ਵਾਸਤੇ ਯਤਨ ਕਰਦੇ ਸਨ, ਪਰ ਉਹਨਾਂ ਦੀ ਆਸ ਪੂਰੀ ਨਹੀਂ ਹੋਈ, ਨਿਰਾਸ਼ੇ ਹੀ ਸੰਸਾਰ ਤੋਂ ਚਲੇ ਗਏ। ਇਸ ਕਰਕੇ ਗੁਰਬਾਣੀ ਕਹਿੰਦੀ ਹੈ ਆਸਾ ਕਰੀਏ ਰਾਮ ਕੀ ਅਵਰੈ ਆਸ ਨਿਰਾਸ। ਜੇ ਆਸਾ ਹੀ ਰੱਖਣੀ ਹੈ ਤਾਂ ਪਰਮਾਤਮਾ ਦੇ ਨਾਮ ਦੀ ਰੱਖੋ। ਹੋਰ ਆਸ ਤੁਹਾਨੂੰ ਨਿਰਾਸ਼ ਕਰੇਗੀ, ਕਿਉਂਕਿ ਹੋਰ ਆਸਾ 'ਚ ਰਹੇ, ਇਸ ਕਰਕੇ ਨਿਰਾਸ਼ ਹੀ ਚਲੇ ਗਏ ਸੰਸਾਰ ਤੋਂ। ਫਿਰ ਬਾਅਦ ਦੇ ਵਿੱਚ ਹੀ ਪਤਾ ਚੱਲਿਆ ਜਾ ਕੇ ਵੀ ਜਿਹੜੇ ਕੰਮ ਵਾਸਤੇ ਆਏ ਸੀ ਉਹ ਤਾਂ ਹੋਇਆ ਨਹੀਂ, ਬਸ ਮਾਇਆ ਦੀ ਦਲਦਲ ਵਿੱਚ ਹੀ ਫਸੇ ਰਹੇ, ਲੋਕਾਂ ਨੂੰ ਗੁੰਮਰਾਹੀ ਕਰਦੇ ਰਹੇ, ਅਤੇ ਲੋਕਾਂ ਨੂੰ ਗੁੰਮਰਾਹ ਕਰਦੇ ਕਰਦੇ ਆਪਣਾ ਜੀਵਨ ਅਜਿਹਾ ਹੀ ਚਲਾ ਗਿਆ। ਲੋਕਾਂ ਨੂੰ ਗਲਤ ਰਸਤੇ 'ਤੇ ਪਾਉਂਦੇ ਹੋਏ। ਕਿਉਂਕਿ ਜਦੋਂ ਬੰਦਾ ਲੋਕਾਂ ਨੂੰ ਕਰਮ ਕਾਂਡੀ ਜੀਵਨ ਸਿਖਾਉਂਦਾ ਹੈ, ਕਰਮ ਕਾਂਡ 'ਚ ਪਾਉਂਦਾ ਹੈ, ਉਹ ਇਸ ਕਰਕੇ ਹੀ ਪਾਉਂਦਾ ਕਿਉਂਕਿ ਉਹਦਾ ਜੋ ਕੰਮ ਸਰਨਾ ਚਾਹੀਦਾ, ਉਹਦੇ ਕੋਲ 4 ਪੈਸੇ ਆਉਣੇ ਚਾਹੀਦੇ। ਜਿਤਨੇ ਵੀ ਲੋਕ ਗੁਸਤਾਖੀ ਮਾਫ ਕਰਨਾ, ਜੋਤਿਸ਼ ਵਿੱਦਿਆ ਵਾਲੇ, ਹੱਥ ਦੇਖਣ ਵਾਲੇ, ਸਿਆਣੇ, ਅਘੋੜੀ, ਇਹ ਜਿੰਨੇ ਵੀ ਹਨ, ਇਹ ਸਾਰੇ ਦੇ ਸਾਰੇ ਦੂਜੇ ਨੂੰ ਦੱਸਦੇ ਰਹਿੰਦੇ ਨੇ, ਆਪਣਾ ਜੀਵਨ ਵਿਅਰਥ ਚਲਾ ਜਾਂਦਾ।
ਇਹ ਕਿਸੇ ਦੇ ਘਰ ਦਾਸ ਪਾਠ ਕਰਨ ਗਿਆ ਤੇ ਉੱਥੇ ਪੰਡਤ ਜੀ ਆਏ ਹੋਏ ਸਨ, ਉਹਨਾਂ ਦੇ ਰਿਸ਼ਤੇਦਾਰ ਸਨ, ਬੜੇ ਵੱਡੇ ਜੋਤਸ਼ੀ ਨੇ। ਉਹਨਾਂ ਨਾਲ ਗੱਲਬਾਤ ਹੋਈ, ਦੁਨੀਆ ਨੂੰ ਗਿਆਨ ਦਿੰਦੇ ਦੱਸਦੇ। ਤੇ ਦਾਸ ਨੇ ਉੱਥੇ ਕਥਾ ਕੀਤੀ ਤੇ ਕਥਾ ਕਰਨ ਤੋਂ ਬਾਅਦ ਜਦੋਂ ਦਾਸ ਆਉਣ ਲੱਗਿਆ ਤੇ ਕਹਿੰਦੇ ਮੈਂ ਤੁਹਾਡੇ ਨਾਲ ਗੱਲ ਕਰਨੀ। ਕੁਛ ਤੁਹਾਡੇ ਲਫ਼ਜ਼ਾਂ ਨੇ ਨਾ ਮੈਨੂੰ ਸੱਟ ਮਾਰੀ ਅੰਦਰ ਨੂੰ, ਜਿਹੜੀ ਤੁਸੀਂ ਕਥਾ ਕੀਤੀ ਹੈ। ਮੈਂ ਕਿਹਾ ਪਹਿਲੀ ਗੱਲ ਤਾਂ ਪੰਡਤ ਜੀ ਲਫ਼ਜ਼ ਮੇਰੇ ਨਹੀਂ ਹਨ, ਲਫ਼ਜ਼ ਤਾਂ ਗੁਰੂ ਗ੍ਰੰਥ ਸਾਹਿਬ ਜੀ ਦੇ ਨੇ। ਜਿਹੜੇ ਬੋਲ ਨੇ, ਜਿਹੜਾ ਸ਼ਬਦ ਹੈ ਉਹ ਗੁਰੂ ਗ੍ਰੰਥ ਸਾਹਿਬ ਜੀ ਦਾ ਹੈ। ਇਹ ਸ਼ਬਦ ਦਾਸ ਦਾ ਨਹੀਂ, ਦਾਸ ਨੇ ਤਾਂ ਕੇਵਲ ਉਸਦੇ ਅਰਥ ਕਰਕੇ ਸੁਣਾਏ ਨੇ ਸੰਗਤ ਨੂੰ। ਗੱਲਬਾਤ ਹੋਈ, ਬੜਾ ਚਿਰ 1 ਘੰਟਾ ਬੈਠੇ ਰਹੇ। ਕਹਿਣ ਲੱਗੇ ਗੱਲ ਤਾਂ ਸੱਚ ਹੈ, ਜਿਹੜੀ ਗੱਲ ਤੁਸੀਂ ਕਹੀ ਹੈ ਕਿ ਅਸੀਂ ਲੋਕ ਸੰਸਾਰ ਦੇ ਜੰਜਾਲਾਂ ਵਿੱਚ ਫਸ ਕੇ, ਸੰਸਾਰ ਦੀਆਂ ਵਾਸਨਾਵਾਂ ਵਿੱਚ ਫਸ ਕੇ ਆਪਣੇ ਜੀਵਨ ਦਾ ਭੁੱਲ ਹੀ ਜਾਂਦੇ ਕਿ ਸਾਡੇ ਜੀਵਨ ਦਾ ਮਨੋਰਥ ਕੀ ਹੈ। ਅਸੀਂ ਦੂਜਿਆਂ ਨੂੰ ਹੀ ਦੱਸੀ ਜਾਂਦੇ ਜੀਵਨ ਬਾਰੇ, ਕਿ ਸਾਡਾ ਆਪਣਾ ਜੀਵਨ ਕੀ ਹੈ, ਸਾਨੂੰ ਕਿਉਂ ਜੀਵਨ ਮਿਲਿਆ, ਅਸੀਂ ਸੰਸਾਰ 'ਚ ਕਰਨਾ ਕੀ ਹੈ। ਕਹਿੰਦੇ ਇਹ ਗੱਲ ਤਾਂ ਸਾਨੂੰ ਭੁੱਲ ਹੀ ਗਈ, ਵਿਸਰ ਹੀ ਗਈ ਜੀਵਨ 'ਚੋਂ। ਪਿੱਛੇ ਕਰੋਨਾ ਦੇ ਵਿੱਚ ਉਹਨਾਂ ਦੀ ਵਾਈਫ ਦੀ ਡੈਥ ਹੋਈ ਤੇ ਹੁਣੇ ਮੈਨੂੰ ਪਿਛਲੇ 2 ਹਫ਼ਤੇ ਪਹਿਲਾਂ ਫੋਨ ਆਇਆ ਤੇ ਕਹਿਣ ਲੱਗੇ ਇੱਕ ਦੁੱਖ ਦੀ ਗੱਲ ਹੈ, ਪਿਛਲੇ ਸਾਲ ਕਹਿੰਦੇ ਪਿਛਲੇ ਸਾਲ ਤੋਂ ਤੁਹਾਡੀ ਮੇਰੀ ਗੱਲ ਨਹੀਂ ਹੋਈ ਤੇ ਮੇਰੀ ਵਾਈਫ ਛੱਡ ਕੇ ਚਲੀ ਗਈ। ਮੈਂ ਕੀ ਹੋਇਆ? ਕਹਿੰਦੇ ਕਰੋਨਾ ਦੇ ਵਿੱਚ ਡੈਥ ਹੋ ਗਈ। ਕਹਿੰਦੇ ਸਾਡੇ ਪਰਿਵਾਰ ਦੇ ਕਈ ਜੀਆਂ ਦੀ ਡੈਥ ਹੋਈ, ਪਰ ਮਾਮਲਾ ਇੱਦਾਂ ਦਾ ਸੀ, ਉਹਨਾਂ ਨੇ ਵਚਨ ਇੱਦਾਂ ਕੀਤੇ ਤੇ ਮੈਂ ਅੱਗੋਂ ਕਹਿ ਨਹੀਂ ਸਕਿਆ, ਕਿਉਂਕਿ ਦੁਨੀਆਂ ਨੂੰ ਤਾਂ ਤੁਸੀਂ ਦੱਸਦੇ ਹੋ ਵੀ ਇੱਦਾਂ ਕਰ ਲਓ, ਇੱਦਾਂ ਬੰਦਾ ਠੀਕ ਹੋ ਜਾਏਗਾ, ਇਹ ਕਰ ਲਓ ਠੀਕ ਹੋ ਜਾਏਗਾ। ਲੋਕਾਂ ਨੂੰ ਤੁਸੀਂ ਗੁੰਮਰਾਹ ਕਰਦੇ ਹੋ ਵੀ ਇਸ ਦਿਸ਼ਾ ਦੇ ਵਿੱਚ ਪ੍ਰਣਾਮ ਕਰੋ, ਇੱਦਾਂ ਇਹ ਕਰੋ, ਫਲਾਣਾ ਕੰਮ ਕਰੋ। ਪਰ ਉਦੋਂ ਪਤਾ ਚੱਲਦਾ ਵੀ ਜਦੋਂ ਆਪਣੇ ਮੰਤਰ ਜੰਤਰ, ਆਪਣੀਆਂ ਰੇਖਾਵਾਂ, ਆਪਣੀਆਂ ਜਿਹੜੇ ਜੋ ਅਸੀਂ ਕਰ ਰਹੇ ਨਾ ਉਹ ਸਾਡੇ ਉੱਤੇ ਨਹੀਂ ਚੱਲਦੀਆਂ, ਉਦੋਂ ਬੰਦੇ ਨੂੰ ਸਮਝ ਆਉਂਦੀ ਵੀ ਅਸੀਂ ਕਿਸ ਪਾਸੇ ਤੁਰੇ ਹੋਏ ਹਾਂ। ਲੋਕਾਂ ਨੂੰ ਗੁੰਮਰਾਹ ਕਰਨਾ ਬੜਾ ਸੌਖਾ ਹੈ, ਔਰ ਅਸੀਂ ਲੋਕ ਵੀ ਐਸੇ ਲੋਕਾਂ ਤੋਂ ਬੜੇ ਪ੍ਰਭਾਵਿਤ ਹੋ ਜਾਂਦੇ ਹਾਂ ਕਿ ਪੰਡਤ ਜੀ ਨੇ ਕਿਹਾ। ਅਸੀਂ ਬਹੁਤੇ ਤਾਂ ਇੱਦਾਂ ਦੇ ਵੀ ਜੋ ਬਹੁਤ ਸਾਰੇ ਕੰਮ ਕਰਦੇ ਨਾ, ਪੰਡਤ ਜੀ ਨੂੰ ਸਮਾਂ ਪੁੱਛਦੇ। ਉਹ ਪੰਡਤ ਨੂੰ ਤਾਂ ਆਪਣੇ ਸਮਿਆਂ ਦਾ ਨਹੀਂ ਪਤਾ, ਮੇਰੇ ਨਾਲ ਕੀ ਵਰਤਣਾ, ਮੇਰੇ ਪਰਿਵਾਰ ਨਾਲ ਕੀ ਵਰਤਣਾ, ਉਹਨੂੰ ਆਪ ਨੂੰ ਨਹੀਂ ਪਤਾ ਵਿਚਾਰੇ ਨੂੰ ਕੁਛ। ਉਹ ਤੁਹਾਨੂੰ ਕੀ ਸਮਾਂ ਦੱਸੇਗਾ? ਤੁਹਾਨੂੰ ਤਾਂ ਤੁਹਾਡੇ ਕੋਲੋਂ ਪੈਸੇ ਲੈਣੇ ਨੇ, ਉਹਨੇ ਕੋਈ ਵੀ ਡੇਟ ਦੱਸ ਦੇਣੀ ਹੈ ਅਤੇ ਤੁਸੀਂ ਉਹਦੇ ਉੱਤੇ ਯਕੀਨ ਕਰ ਲੈਣਾ। ਬਸ ਇਤਨੀ ਜਿਹੀ ਗੱਲ ਹੈ। ਉਹਨੂੰ ਤਾਂ ਆਪਣੇ ਆਪ ਦਾ ਪਤਾ ਨਹੀਂ। ਉਹ ਦੂਜਿਆਂ ਨੂੰ ਬੈਠ ਕੇ ਟੀ ਵੀ 'ਤੇ ਦੱਸੀ ਜਾਏਗਾ ਵੀ ਇਹ ਕੰਮ ਨਾ ਕਰੋ, ਇੱਦਾਂ ਨਾ ਕਰੋ, ਐਕਸੀਡੈਂਟ ਹੋ ਜਾਣਾ। ਆਪ ਇਹ ਨਹੀਂ ਪਤਾ ਵੀ ਮੈਂ ਉੱਠ ਕੇ ਬਾਹਰ ਨਿਕਲਣਾ, ਮੇਰੇ ਨਾਲ ਘਟਨਾ ਪਵੇ। ਉਹਨੂੰ ਆਪਣੇ ਆਪ ਦਾ ਕੋਈ ਗਿਆਨ ਨਹੀਂ ਹੈ, ਆਪਣੇ ਆਪ ਦੀ ਕੋਈ ਸਮਝ ਨਹੀਂ। ਇਸ ਕਰਕੇ ਕਬੀਰ ਸਾਹਿਬ ਕਹਿਣ ਲੱਗੇ, ਕਹਿੰਦੇ ਜਿਹੜੇ ਪੰਡਿਤ ਲੋਕ ਵੀ ਆਸ ਪੂਰੀ ਹੋਣ ਤੋਂ ਬਿਨਾਂ ਹੀ ਜਗਤ ਤੋਂ ਅਧੂਰੇ ਹੀ ਤੁਰ ਗਏ, ਭਾਵ ਕਿ ਉਹ ਵੀ ਸੰਸਾਰ ਤਿਆਗ ਗਏ, ਪਰ ਉਹਨਾਂ ਦੀ ਇੱਥੇ ਆਸ ਪੂਰੀ ਨਹੀਂ ਹੋਈ। ਜਿਵੇਂ ਕਬੀਰ ਸਾਹਿਬ ਨੇ ਇੱਕ ਬਚਨ ਕੀਤਾ, ਭਗਤ ਕਬੀਰ ਸਾਹਿਬ ਕਹਿੰਦੇ ਨੇ ਕਿ ਜਦੋਂ ਮੈਂ ਸੰਸਾਰ ਨੂੰ ਵੇਖਦਾ ਹਾਂ ਤਾਂ ਸੰਸਾਰ ਦੇ ਵਿੱਚ ਇਹ ਜੀਵ ਜਾਗਦੇ ਦੇ ਨੇ। ਕਹਿ ਕਬੀਰ ਤਬ ਹੀ ਨਰ ਜਾਗੈ, ਜਮ ਕਾ ਡੰਡ ਮੂੰਡ ਮੈਂ ਲਾਗੈ। ਜਾਗਦਾ ਬੰਦਾ, ਪਰ ਉਦੋਂ ਫਿਰ ਜਾਗ ਕੇ ਲਾਭ ਕੋਈ ਨਹੀਂ, ਸਮਾਂ ਨਹੀਂ ਮਿਲਦਾ। ਸਮਝ ਤਾਂ ਆਉਂਦੀ ਬੰਦੇ ਨੂੰ ਵੀ ਇਹ ਕੰਮ ਨਹੀਂ ਸੀ ਕਰਨਾ ਚਾਹੀਦਾ ਜਾਂ ਇਹ ਕੰਮ ਕਰਨੇ ਚਾਹੀਦੇ, ਪਰ ਉਦੋਂ ਜਾਗ ਕੇ ਫਿਰ ਜੋ ਸਮਾਂ ਹੀ ਨਹੀਂ ਹੈ ਬੰਦੇ ਕੋਲ। ਨਰੂ ਮਰੈ ਨਰ ਕਾਮ ਨ ਆਵੈ, ਪਸ਼ੂ ਮਰੈ ਦਸ ਕਾਜ ਸਵਾਰੈ। अपने कर्म की गत मैं क्या जानूँ बाबा रे। केस जले जैसे घास का पूला, हाथ जले जैसे लकड़ी का तूला। कह कबीर तब ही नर जागै, जम का डंड मूंड में लागै। उदों बंदा जागदा, फिर बंदा कहंदा ये आस तां पूरी होई नहीं,
ਰੱਬ ਦਾ ਮਿਲਾਪ ਤਾਂ ਹਾਸਲ ਹੋਇਆ ਨਹੀਂ। ਜਿਹੜਾ ਇੱਕ ਕਾਰਜ ਵਾਸਤੇ ਆਇਆ ਸੀ ਸੰਸਾਰ ਦੇ ਵਿੱਚ, ਪਰਮਾਤਮਾ ਦੀ ਭਜਨ ਬੰਦਗੀ ਵਾਸਤੇ, ਕਹਿੰਦੇ ਪੰਡਤ ਲੋਕ ਵੀ ਕਹਿੰਦੇ ਉਹ ਫਿਰ ਨਿਰਾਸ਼ ਹੋ ਕੇ ਤੁਰ ਜਾਂਦੇ, ਆਸ ਪੂਰੀ ਹੋਣ ਤੋਂ ਬਿਨਾਂ ਹੀ ਜਗਤ ਤਿਆਗ ਜਾਂਦੇ। ਉਸ ਵੇਲੇ ਯਾਦ ਆਉਂਦਾ ਵੀ ਅਸੀਂ ਤਾਂ ਭਜਨ ਕਰਨ ਵਾਸਤੇ ਆਏ ਸੀ, ਰੱਬ ਨੂੰ ਮਿਲਣ ਵਾਸਤੇ ਆਏ ਸੀ, ਉਹਨੂੰ ਤਾਂ ਭਜਿਆ ਹੀ ਕੋਈ ਨਹੀਂ। ਫਿਰ ਕਹਿਣ ਲੱਗੇ ਬਨ ਖੰਡ ਜਾਏ ਜੋਗ ਤਪ ਕੀਨੋ ਕੰਧ ਮੂਲ ਛੁਨਕਾਇਆ। ਕਹਿੰਦੇ ਜਿੱਥੇ ਕਿ ਵੇਦ ਪਾਠ ਕਰਨ ਵਾਲੇ, ਪੁਰਾਣਾਂ ਦੇ ਪਾਠ ਕਰਨ ਵਾਲੇ ਮੁਸਲਮਾਨ ਵੀਰ, ਵੇਦਾਂ ਦੇ ਪਾਠ ਸੁਣਨ ਕਰਨ ਵਾਲੇ ਹਿੰਦੂ ਵੀਰ, ਪੰਡਤ ਲੋਕ, ਉੱਥੇ ਨਾਲ ਕਹਿੰਦੇ ਤੀਜੀ ਕੈਟਾਗਰੀ ਦੱਸ ਰਹੇ ਨੇ, ਕਹਿੰਦੇ ਜਿਹੜੇ ਜੋਗੀ ਨੇ, ਕਹਿੰਦੇ ਵਨ ਖੰਡ ਜਾਏ ਜੋਗ ਤਪ ਕੀਨੋ। ਕਈ ਲੋਕਾਂ ਨੇ ਜੰਗਲ ਵਿੱਚ ਜਾ ਕੇ ਜੋਗ ਸਾਧੇ, ਤਪ ਕੀਤੇ, ਗਾਜਰ ਮੂਲੀ ਆਦਿ ਖਾ ਕੇ, ਉਹਨਾਂ ਨੂੰ ਲੱਭ ਕੇ ਚੁਣ ਕੇ ਗੁਜ਼ਾਰਾ ਕੀਤਾ, ਆਪਣੇ ਸਰੀਰ ਨੂੰ ਪਾ ਲਿਆ। ਵਨ ਖੰਡ ਜਾਏ ਜੋਗ ਤਪ ਕੀਨੋ ਕੰਧ ਮੂਲ ਚੁਣ ਖਾਇਆ। ਕੰਧ ਮੂਲ ਲੱਭ ਕੇ ਚੁਣ ਕੇ, ਕਿਉਂਕਿ ਜੰਗਲ ਦੇ ਵਿੱਚ ਹਰ ਥਾਂ 'ਤੇ ਖਾਣ ਦੀਆਂ ਚੀਜ਼ਾਂ ਨਹੀਂ ਨਾ ਹੁੰਦੀਆਂ, ਲੱਭਣੀਆਂ ਪੈਂਦੀਆਂ ਵੀ ਕਿਹੜੀ ਚੀਜ਼ ਖਾਣ ਦੀ, ਕਿਹੜੀ ਨਹੀਂ ਖਾਣ ਦੀ ਹੈ। ਇਸ ਨੂੰ ਇਸ ਤਰ੍ਹਾਂ ਵੀ ਮਹਾਰਾਜ ਨੇ ਕਿਹਾ, ਕਹਿੰਦੇ ਗ੍ਰਹਿ ਤਜ ਬਨ ਖਣ ਜਾਈਏ ਚੁਨ ਖਾਈਏ ਕੰਧਾ, ਅਜਹੂ ਵਿਕਾਰ ਨਾ ਛੋਡੀ ਪਾਪੀ ਮਨ ਮੰਦਾ, ਕਿਉਂ ਛੋਟੋਂ ਕੈਸੇ ਤਰੋਂ ਭੌਜਲ ਨਿਦ ਭਾਰੀ, ਰਾਖ ਰਾਖ ਮੇਰੇ ਬੀਠਲਾ ਜਨ ਸਰਨ ਤੁਮਾਰੀ। हे ਸੱਚੇ ਪਾਤਸ਼ਾਹ ਰੱਖ ਲੈ, ਕਿਰਪਾ ਕਰ ਦੇ। ਭਗਤ ਕਬੀਰ ਸਾਹਿਬ ਕਹਿੰਦੇ ਕਈ ਲੋਕਾਂ ਨੇ ਜੰਗਲ ਵਿੱਚ ਜਾ ਕੇ ਕਹਿੰਦੇ ਜੋਗ ਸਾਧੇ, ਤਪ ਸਾਧੇ, ਗਾਜਰ ਮੂਲੀ ਆਦਿ ਖਾ ਕੇ ਕਹਿੰਦੇ ਗੁਜ਼ਾਰਾ ਕੀਤਾ, ਪਰ ਨਾਲ ਕਹਿਣ ਲੱਗੇ ਨਾਦੀ ਵੇਦੀ ਸਬਦੀ ਮੋਨੀ ਜਮ ਕੇ ਪਟੇ ਲਿਖਾਇਆ। ਨਾਦੀ ਦਾ ਅਰਥ ਹੁੰਦਾ ਜੋਗੀ, ਵੇਦੀ ਦਾ ਅਰਥ ਹੈ ਕਰਮ ਕਾਂਡੀ, ਸ਼ਬਦੀ ਦਾ ਅਰਥ ਹੁੰਦਾ ਅਲਖ ਆਖਣ ਵਾਲੇ, ਦਤ ਮਤ ਦੇ ਜੋਗੀ ਜਿਹੜੇ ਹੁੰਦੇ ਨੇ। ਜੋਗੀਆਂ ਦੇ ਵੀ 12 ਮਤ ਨੇ, ਉਹਨਾਂ ਵਿੱਚ ਇੱਕ ਮਤ ਹੈ ਦਤ ਮਤ, ਉਹ ਅਲਖ ਕਹਿੰਦੇ ਰੱਬ ਨੂੰ। ਕੁਛ ਨਿਰੰਜਨ ਕਹਿੰਦੇ ਨੇ, ਕੁਛ ਅਲਖ ਕਹਿੰਦੇ ਨੇ, ਕੁਛ ਹੋਰ ਨਾਮ ਦੇ ਨਾਲ। ਉਹਨਾਂ ਦੇ 12 ਫਿਰਕੇ ਨੇ ਜੋਗੀਆਂ ਦੇ। ਅਤੇ ਜਿਹੜੇ ਦਤ ਨਾਂ ਦੇ ਜੋਗੀ ਨੇ ਨਾ, ਉਹ ਅਲਖ ਆ ਕੇ ਰੱਬ ਨੂੰ ਯਾਦ ਕਰਦੇ। ਕਹਿੰਦੇ ਅਲਖ ਆਖਣ ਵਾਲੇ। ਨਾਦੀ ਦਾ ਅਰਥ ਹੁੰਦਾ ਜੋਗੀ, ਵੇਦੀ ਦਾ ਅਰਥ ਹੈ ਕਰਮ ਕਾਂਡੀ, ਜਿਹੜੇ ਵੇਦ ਸ਼ਾਸਤਰਾਂ ਦੇ ਮੁਤਾਬਿਕ ਚੱਲਦੇ ਕਰਮ ਕਾਂਡੀ। ਸ਼ਬਦੀ ਦਾ ਅਰਥ ਹੁੰਦਾ ਹੈ ਜਿਹੜੇ ਅਲਗ ਸ਼ਬਦ ਆਖਣ ਵਾਲੇ, ਦਤ ਮਤ ਦੇ ਜੋਗੀ ਨੇ। ਮੋਨੀ ਦਾ ਅਰਥ ਹੈ ਜਿਹੜੇ ਮੌਨ ਰਹਿਣ ਵਾਲੇ ਨੇ, ਭਾਵ ਕਿ ਜਿਹੜੇ ਚੁੱਪ ਸਾਧਨ ਵਾਲੇ ਨੇ, ਜਿਹੜੇ ਮੌਨ ਰਹਿੰਦੇ, ਜਿਹੜੇ ਕਹਿੰਦੇ ਅਸੀਂ ਬੋਲਦੇ ਨਹੀਂ। ਭਗਤ ਕਬੀਰ ਸਾਹਿਬ ਕਹਿੰਦੇ ਨੇ, ਕਹਿੰਦੇ ਜਮ ਕੇ ਪਟੇ ਲਿਖਾਇਆ। ਕਹਿੰਦੇ ਇਹ ਸਾਰੇ ਜਮ ਦੇ ਲੇਖੇ ਵਿੱਚ ਹੀ ਲਿਖੇ ਗਏ, ਭਾਵ ਇਹਨਾਂ ਦੇ ਸਾਧਨ ਮੌਤ ਦੇ ਡਰ ਤੋਂ ਇਹਨਾਂ ਨੂੰ ਬਚਾ ਨਹੀਂ ਸਕੇ। ਜਮ ਦਾ ਪਹਿਨਾ ਦਾ ਮੁੱਕਿਆ ਨਹੀਂ। ਇਹ ਜਿਤਨੇ ਸਾਧਨ ਇਹਨਾਂ ਨੇ ਵਰਤੇ ਜੀਵਨ 'ਚ, ਇਹ ਸੈਮ ਦੇ ਵਿੱਚ ਜ਼ਿੰਦਗੀ ਜਿੰਦੇ ਰਹੇ, ਇਹ ਮੌਤ ਦੇ ਡਰ ਤੋਂ ਕਦੀ ਉਪਰਾਮ ਨਹੀਂ ਹੋ ਸਕੇ। ਇਹ ਤਾਂ ਗੁਰਮਤਿ ਹੈ ਜਿਹੜੀ ਕਹਿੰਦੀ ਹੈ ਕਿ ਤੁਹਾਨੂੰ ਮੌਤ ਤੋਂ ਡਰਨ ਦੀ ਲੋੜ ਨਹੀਂ ਹੈ। ਔਰ ਜਿਹੜਾ ਰੱਬ ਦਾ ਪਿਆਰਾ ਹੈ ਉਹ ਮੌਤ ਤੋਂ ਡਰਦਾ ਵੀ ਨਹੀਂ ਹੈ। ਉਹ ਕਹਿੰਦਾ ਵੀ ਮੌਤ ਤੂੰ ਕੱਲ੍ਹ ਨੂੰ ਆਉਣਾ ਹੈ, ਅੱਜ ਆ ਜਾ, ਕੋਈ ਫਰਕ ਨਹੀਂ, ਸਾਡਾ ਕੰਮ ਪੂਰਾ ਹੋ ਗਿਆ। ਭਗਤੀ ਕਰਨ ਵਾਲੇ ਦਾ ਜੀਵਨ ਐਸਾ ਹੁੰਦਾ ਜਿਹਨੇ ਭਗਤੀ ਕੀਤੀ, ਰੱਬ ਨੂੰ ਯਾਦ ਕੀਤਾ, ਉਹ ਕਹਿੰਦਾ ਸਾਡੀ ਯਾਤਰਾ ਹੋ ਗਈ ਪੂਰੀ, ਹੁਣ ਘੋੜੇ ਦਾ ਕੀ ਕਰਨਾ। ਭਾਵੇਂ ਘੋੜਾ ਕੱਲ੍ਹ ਦੀ ਵਜ੍ਹਾ ਅੱਜ ਕੋਈ ਲੈ ਜਾਏ, ਸਾਨੂੰ ਕੀ ਹੈ, ਕਿਉਂਕਿ ਹੁਣ ਤਾਂ ਯਾਤਰਾ ਪੂਰੀ ਹੋ ਗਈ। ਇਸ ਕਰਕੇ ਭਗਤ ਕਬੀਰ ਸਾਹਿਬ ਜੀ ਕਹਿੰਦੇ ਨੇ, ਕਹਿੰਦੇ ਸਾਰੇ ਜਮ ਦੇ ਲੇਖੇ ਦੇ ਵਿੱਚ ਹੀ ਲਿਖੇ ਗਏ ਇਹ ਸਾਰੇ, ਇਹਨਾਂ ਦੇ ਸਾਧਨ ਜਿਹੜੇ ਨੇ ਇਹਨਾਂ ਨੂੰ ਮੌਤ ਤੇ ਡਰ ਤੋਂ ਬਚਾ ਨਹੀਂ ਸਕੇ। ਇਸ ਦਾ ਅਰਥ ਹੈ ਵੀ ਜਿਹੜਾ ਅਸੀਂ ਕੰਮ ਕਰ ਰਹੇ ਨਾ ਪਿਆਰਿਓ, ਸਮਝ ਲੈਣਾ ਜੇ ਮੌਤ ਦਾ ਸਹਿਮ ਹੈ, ਮੌਤ ਦਾ ਡਰ ਹੈ, ਫਿਰ ਤਾਂ ਸਮਝ ਲਓ ਅਜੇ ਅਸੀਂ ਸਹੀ ਰਸਤੇ ਦੇ ਉੱਤੇ ਤੁਰੇ ਨਹੀਂ, ਗੁਰੂ ਸਾਹਿਬ ਦੀ ਮੱਤ ਧਾਰਨ ਨਹੀਂ ਕੀਤੀ ਅਜੇ। ਜਿਹੜਾ ਗੁਰੂ ਸਾਹਿਬ ਦੀ ਮੱਤ 'ਤੇ ਤੁਰ ਪੈਂਦਾ ਉਹਨੂੰ ਮੌਤ ਦਾ ਕੋਈ ਡਰ ਨਹੀਂ ਰਹਿੰਦਾ। ਉਹ ਤਾਂ ਕਹਿੰਦਾ ਕਿ ਜਿਸਕੇ ਸਿਰ ਉੱਪਰ ਤੂੰ ਸੁਆਮੀ, ਸੋ ਦੁਖ ਕੈਸਾ ਪਾਵੈ, ਬੋਲ ਨਾ ਜਾਣੈ ਮਾਇਆ ਮਦ ਮਾਤਾ, ਮਰਨਾ ਚੀਤ ਨਾ ਆਵੈ। ਮਰਨ ਦਾ ਸਹਿਮ ਉਹਦੇ ਚਿੱਤ ਵਿੱਚ ਹੀ ਨਹੀਂ ਹੈ, ਉਹਨੂੰ ਕੋਈ ਡਰ ਨਹੀਂ ਮਰਨ ਦਾ। ਅੱਜ ਮੌਤ ਆ ਜਾਏ ਫਿਰ ਕੀ ਹੋਇਆ।
मरना ही है, कल भी जाना है। वो कहता अज भावें चले जाइए, फिर की फर्क पैंदा है। और वही कारण सी, तुसी देखो ना भी कितने सिखां ने सातां दित्तियां, एक भी सिख डोलिया नहीं। बाबा बंदा सिंह बहादुर दे नाल ਜਦੋਂ ਦਿੱਲੀ ਦੇ ਵਿੱਚ ਰੋਜ਼ 100 ਸਿੰਘਾਂ ਦਾ ਕਤਲ ਕੀਤਾ ਜਾਂਦਾ ਸੀ, ਉਹਨਾਂ ਨੂੰ ਸ਼ਹੀਦ ਕੀਤਾ ਜਾਂਦਾ ਸੀ, ਤਾਂ ਸਿੱਖ ਅੱਗੇ ਹੋ ਕੇ ਆਪਣੀ ਸਾਦਤ ਦੇਣ ਵਾਸਤੇ ਤਿਆਰ ਹੁੰਦੇ ਸਨ। ਇਹ ਨਹੀਂ ਵੀ ਚਲੋ ਅੱਜ 100 ਦਾ ਨੰਬਰ ਆਉਣਾ ਵੀ ਅੱਜ ਸਾਨੂੰ ਛੱਡ ਦਿਓ ਕੱਲ੍ਹ ਵੇਖਾਂਗੇ ਨਾ, ਸਗੋਂ ਪਹਿਲਾਂ ਕਹਿੰਦੇ ਸਨ ਸਿੱਖ ਅੱਗੇ ਵੜ ਕੇ ਅੱਜ ਸਾਡਾ ਨੰਬਰ ਲਾਓ ਜੀ, ਪਹਿਲਾਂ ਅੱਗੇ ਆਪ ਹੁੰਦੇ ਸਨ। ਇੱਥੇ ਤਾਂ ਗੁਰੂ ਕੇ ਸਿੱਖ ਜਿਹੜੇ ਬੱਚੇ ਸਨ ਨਾ, ਉਹ ਵੀ ਐਸੇ ਸਨ ਕਿ ਜਿਹੜੇ ਕਿ ਮੌਤ ਦੇ ਭੈ ਤੋਂ ਬਿਲਕੁਲ ਆਜ਼ਾਦ ਸਨ। ਜਦੋਂ ਫਰਕ ਸਿਰ ਕੋਲ ਇੱਕ ਮਾਂ ਆਈ ਨਾ, ਉਹਨੇ ਕਿਹਾ ਕਿ ਮੇਰਾ ਬੱਚਾ ਸਿੱਖ ਨਹੀਂ, ਇਹ ਗਲਤੀ ਨਾਲ ਫੜਿਆ ਗਿਆ, ਤੁਹਾਡੇ ਸਿਪਾਹੀਆਂ ਨੇ ਗਲਤੀ ਨਾਲ ਕੈਦ ਕਰ ਲਿਆ, ਮੇਰੇ ਪੁੱਤਰ ਨੂੰ ਇਹ ਸਿੱਖ ਨਹੀਂ। ਜਦੋਂ ਮਾਂ ਕੋਲ ਗਈ, ਪੁੱਤਰ ਦੇ ਚਿੱਠੀ ਲਿਖਾਈ, ਸਾਈਨ ਕੀਤੇ, ਫਰਕਸਨ ਨੇ ਛੱਡਣ ਦੇ ਆਦੇਸ਼ ਦੇ ਦਿੱਤੇ। ਜਦੋਂ ਗਈ ਜੱਲਾਦ ਦੇ ਕੋਲ, ਜਿਸ ਨੇ ਕਿ ਮੌਤ ਦੇ ਘਾਟ ਉਤਾਰਨਾ ਸੀ, 100 ਸਿੰਘਾਂ ਦਾ ਰੋਜ਼ ਕਤਲ ਕੀਤਾ ਜਾਂਦਾ, ਸਿਰ ਵੱਡੇ ਜਾਂਦੇ ਸਨ ਅੱਖਾਂ ਦੇ ਸਾਹਮਣੇ। ਤੁਸੀਂ ਵੇਖੋ ਕੋਈ ਸਿੱਖ ਡੋਲਦਾ ਨਹੀਂ ਸੀ, ਉਹਨਾਂ ਨੂੰ ਪਤਾ ਅਗਲੀ ਵਾਰੀ ਸਾਡੀ ਹੈ, ਅਡੋਲ ਰਹਿੰਦੇ ਸਨ, ਬਿਲਕੁਲ ਮੌਤ ਦਾ ਕੋਈ ਡਰ ਨਹੀਂ। ਅਤੇ ਜਦੋਂ ਉਸ ਬੱਚੇ ਨੂੰ ਕਿਹਾ ਵੀ ਜੱਲਾਦ ਨੇ ਵੀ ਤੂੰ ਸਿੱਖ ਨਹੀਂ, ਗਲਤੀ ਨਾਲ ਫੜਿਆ ਗਿਆ ਸੀ, ਕਹਿੰਦੇ ਕੌਣ ਕਹਿੰਦਾ? ਕਹਿੰਦੇ ਤੇਰੀ ਮਾਂ ਖਲੋਤੀ ਸਾਹਮਣੇ, ਤੇਰੀ ਮਾਂ ਕਹਿੰਦੀ ਹੈ। ਪਿਆਰ ਵਾਲੇ ਸੱਚ ਜਾਣਨਾ, ਉਸ ਵੇਲੇ ਉਸ ਸਿੱਖ ਬੱਚੇ ਨੇ ਕਿਹਾ ਮੇਰੀ ਮਾਂ ਝੂਠ ਬੋਲਦੀ ਹੈ, ਮੈਂ ਤਾਂ ਗੁਰੂ ਸਾਹਿਬ ਦਾ ਪੱਕਾ ਸਿੱਖ ਹਾਂ, ਔਰ ਸਭ ਤੋਂ ਪਹਿਲਾਂ ਮੈਨੂੰ ਸ਼ਹੀਦ ਕਰੋ, ਮੇਰੀ ਵਾਰੀ ਪਹਿਲਾਂ ਲਾਓ। ਕਿਉਂਕਿ ਮੌਤ ਦਾ ਕੋਈ ਡਰ ਨਹੀਂ, ਕਿਉਂਕਿ ਗੁਰੂ ਸਾਹਿਬ ਦਾ ਮਾਰਗ ਹੀ ਇੱਦਾਂ ਦਾ। ਜੇ ਸਾਡੇ ਕੋਲ ਇਹ ਮਾਰਗ ਹੋਵੇ, ਆਪਾਂ ਇਸ ਰਸਤੇ 'ਤੇ ਤੁਰੀਏ, ਫਿਰ ਵੀ ਮੌਤ ਦਾ ਡਰ ਹੋਵੇ ਤਾਂ ਫਿਰ ਕੋਈ ਲਾਭ ਨਹੀਂ ਨਾ ਪਿਆਰਿਓ। ਪਰ ਕਹਿੰਦੇ ਇਹ ਜਿਹੜੇ ਇਸ ਰਸਤੇ 'ਤੇ ਤੁਰੇ, ਜਿਹੜੇ ਇਸ ਕਰਮ ਦੇ ਵਿੱਚ ਆਪਣੇ ਜੀਵਨ ਨੂੰ ਇਹਨਾਂ ਨੇ ਜੀਵਿਆ, ਕਹਿੰਦੇ ਇਹ ਸਾਰੇ ਜਨਮ ਦੇ ਲੇਖੇ ਵਿੱਚ ਲਿਖੇ ਗਏ, ਭਾਉ ਸਾਰਿਆਂ ਦੇ ਸਾਧਨ ਮੌਤ ਦੇ ਡਰ ਤੋਂ ਇਹਨਾਂ ਨੂੰ ਬਚਾ ਨਹੀਂ ਸਕੇ। ਫਿਰ ਕਹਿਣ ਲੱਗੇ ਭਗਤ ਨਾਰ ਦੀ ਹਿਰਦੈ ਨ ਆਈ, ਕਾਛ ਕੂਛ ਤਨ ਦੀਨਾ। ਕਹਿੰਦੇ ਜਿਨ੍ਹਾਂ ਮਨੁੱਖਾਂ ਦੇ ਸਰੀਰ ਉੱਤੇ ਧਾਰਮਿਕ ਚਿੰਨ੍ਹ ਚੱਕਰ ਆਦਿ ਸਨ, ਕਾਛ ਕੂਛ ਤਨ ਦੀਨਾ। ਕਾਛ ਕੂਛ ਦਾ ਅਰਥ ਹੁੰਦਾ ਹੈ ਸਰੀਰ ਨੂੰ ਸ਼ਿੰਗਾਰ ਲਿਆ, ਸਰੀਰ ਉੱਤੇ ਧਾਰਮਿਕ ਚੱਕਰ ਬਣਾ ਲਏ। ਤੁਸੀਂ ਵੇਖੋ ਕਈ ਸਰੀਰ 'ਤੇ ਕੋਈ ਇੱਥੇ ਚੱਕਰ ਬਣਾ ਲੈਂਦਾ, ਕੋਈ ਸਰੀਰ 'ਤੇ ਹੋਰ ਕਿਤੇ ਕੋਈ ਚੱਕਰ ਬਣਾ ਲੈਂਦਾ। ਭਗਤ ਕਬੀਰ ਸਾਹਿਬ ਕਹਿੰਦੇ ਨੇ, ਕਹਿੰਦੇ ਸਰੀਰ ਦੇ ਉੱਤੇ ਧਾਰਮਿਕ ਚਿੰਨ੍ਹ ਬਣਾ ਲਏ, ਧਾਰਮਿਕ ਚਿੰਨ੍ਹ ਧਾਰਨ ਕਰ ਲਏ। ਕੋਈ ਕਰਾਸ ਪਾਈ ਫਿਰਦਾ ਗਲੇ 'ਚ, ਕੋਈ ਖੰਡਾ ਪਾਈ ਫਿਰਦਾ ਹੈ ਜੀ, ਕੋਈ ਕੁਛ ਹੋਰ ਪਾਈ ਫਿਰਦਾ, ਕੋਈ ਸ਼ਿਵਲਿੰਗ ਪਾਈ ਫਿਰਦਾ, ਹਰ ਇੱਕ ਦਾ ਆਪਣਾ ਆਪਣਾ ਮਤ ਹੈ। ਪਰ ਕਹਿਣ ਲੱਗੇ ਇਹ ਕਰਮ ਤਾਂ ਕਰ ਲਿਆ, ਸਰੀਰ 'ਤੇ ਧਾਰਮਿਕ ਚਿੰਨ੍ਹ ਤਾਂ ਧਾਰਨ ਕਰ ਲਏ, ਚੱਕਰ ਆਦਿਕ ਲਾ ਲਏ, ਪਰ ਕੀ ਹੋਇਆ? ਭਗਤ ਨਾਰ ਦੀ ਹਿਰਦੈ ਨ ਆਈ, ਪ੍ਰੇਮਾ ਭਗਤੀ ਉਹਨਾਂ ਦੇ ਹਿਰਦੇ ਵਿੱਚ ਪੈਦਾ ਨਹੀਂ ਹੋਈ। ਆਓ ਕਿ ਮਾਫ਼ ਕਰਨਾ, ਖੰਡਾ ਲਟਕਾਉਣ ਦੇ ਨਾਲ ਪ੍ਰੇਮਾ ਭਗਤੀ ਪੈਦਾ ਨਹੀਂ ਹੋਣੀ ਜੇ ਬਾਣੀ ਨਹੀਂ ਪੜ੍ਹਾਂਗੇ ਤਾਂ। ਇਕੱਲੇ ਕੜੇ ਪਾਉਣ ਦੇ ਨਾਲ ਪ੍ਰੇਮਾ ਭਗਤੀ ਨਹੀਂ ਪੈਦਾ ਹੋਣੀ, ਜੇ ਬਾਣੀ ਨਹੀਂ ਪੜ੍ਹੀ ਤਾਂ ਗੱਲ ਬਣਨੀ ਕੋਈ ਨਹੀਂ। ਇਕੱਲੇ ਕੇਸ ਰੱਖਣ ਦੇ ਨਾਲ ਪ੍ਰੇਮਾ ਭਗਤੀ ਪੈਦਾ ਨਹੀਂ ਹੋਣੀ। ਇਹ ਤਾਂ ਸਾਡੀ ਇੱਕ ਪਹਿਚਾਣ ਹੈ। ਗੁਰੂ ਮਹਾਰਾਜ ਨੇ ਕਿਹਾ ਕੇਸ ਖਾਲਸਾ ਜੀ ਇਹ ਗੁਰੂ ਕੀ ਮੋਹਰ ਨੇ, ਇਸ ਕਰਕੇ ਮੋਹਰ ਨੂੰ ਹਮੇਸ਼ਾ ਸੰਭਾਲ ਕੇ ਰੱਖਣਾ। ਪਰ ਇਸ ਮੋਹਰ ਦੇ ਵਿੱਚ ਹੀ ਆਪਾਂ ਰਹੀਏ ਵੀ ਮੋਹਰ ਨੇ ਸਭ ਕੁਝ ਕਰ ਦੇਣਾ। ਇਹ ਮੋਹਰ ਕੰਮ ਤਾਂ ਕਰੇਗੀ ਜੇ ਲਾਉਣ ਵਾਲਾ ਲਾਏਗਾ, ਜਿਹੜਾ ਸਾਡੇ ਉੱਤੇ ਕਿਰਪਾ ਕਰੇਗਾ, ਗੁਰੂ ਸ਼ਬਦ ਨਾਲ ਜੁੜਾਂਗੇ। ਕਹਿੰਦੇ ਕੀ ਕੀਤਾ ਭਗਤ ਜੀ? ਕਹਿਣ ਲੱਗੇ, ਕਹਿੰਦੇ ਉਹਨਾਂ ਨੇ ਪ੍ਰੇਮਾ ਭਗਤੀ ਦੇ ਵਿੱਚ ਆਪਣੇ ਹਿਰਦੇ ਨੂੰ ਜੋੜਿਆ ਨਹੀਂ, ਅਤੇ ਹਿਰਦੇ ਵਿੱਚ ਪ੍ਰੇਮਾ ਭਗਤੀ ਪੈਦਾ ਨਹੀਂ ਹੋਈ, ਅਤੇ ਬਾਹਰੋਂ ਧਾਰਮਿਕ ਚਿੰਨ੍ਹ ਧਾਰਨ ਕਰ ਲਏ। ਅਸਲ ਵਿੱਚ ਪ੍ਰੇਮਾ ਭਗਤੀ ਜੀਵਨ ਦਾ ਆਧਾਰ ਹੈ। ਸਾਚ ਕਹੋ ਸੁਣ ਲਿਓ ਸਭੈ ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ। ਪ੍ਰੇਮ ਤੋਂ ਬਿਨਾਂ ਪਰਮਾਤਮਾ ਦੀ ਪ੍ਰਾਪਤੀ ਨਹੀਂ। ਪ੍ਰੇਮ ਪੈਦਾ ਹੋਣਾ ਚਾਹੀਦਾ ਹੈ ਪਿਆਰੇ ਗੁਰਸਿੱਖੋ ਅੰਦਰ, ਜੀਵਨ ਦੇ ਅੰਦਰ। ਕੇਵਲ ਇਹ ਨਹੀਂ ਕਿ ਬਾਹਰੋਂ ਧਾਰਮਿਕ ਬਣ ਗਏ। ਗੁਰਮਤਿ ਨੇ ਇਸ ਚੀਜ਼ ਨੂੰ ਪ੍ਰਵਾਨ ਨਹੀਂ ਕੀਤਾ ਕਿ ਬਾਹਰ ਧਾਰਮਿਕ ਬਣ ਗਏ ਅਤੇ ਅੰਦਰ ਧਰਮ ਹੈ ਨਹੀਂ ਹੈ। ਕਿਉਂਕਿ ਸਭ ਤੋਂ ਵੱਡਾ ਧਰਮ ਪ੍ਰੇਮਾ ਭਗਤੀ ਹੈ। ਗੋਬਿੰਦ ਭਾਉ ਭਗਤ ਕਾ ਭੁੱਖਾ।
ਜੇ ਰੱਬ ਨੂੰ ਕੋਈ ਭੁੱਖ ਹੈ ਉਹ ਪ੍ਰੇਮ ਦੀ ਹੈ, ਕੋਈ ਬਾਹਰ ਦੇ ਬਾਹਰ ਦੇ ਵਿਖਾਵਿਆਂ ਦੀ ਨਹੀਂ ਭੁੱਖ ਹੈ। ਇਹ ਤਾਂ ਗੁਰੂ ਸਾਹਿਬ ਜੀ ਦੇ ਰਸਤੇ 'ਤੇ ਚੱਲਣ ਵਾਲਿਆਂ ਦੀ ਪਹਿਚਾਣ ਹੈ, ਨਿਸ਼ਾਨੀ ਹੈ ਕਿ ਵੀ ਇਹ ਗੁਰੂ ਸਾਹਿਬ ਜੀ ਦਾ ਸਿੱਖ ਹੈ, ਇਹ ਗੁਰੂ ਸਾਹਿਬ ਜੀ ਦੇ ਦਰਸਾਏ ਹੋਏ ਮਾਰਗ 'ਤੇ ਚੱਲਦਾ ਹੈ। ਫਿਰ ਉਹ ਕਹਿਣ ਲੱਗੇ ਭਗਤ ਜੀ, ਕਹਿੰਦੇ ਨੇ ਰਾਗ ਰਾਗਨੀ ਡਿੰਬ ਹੋਏ ਬੈਠਾ ਉਨ ਹਰ ਪੈ ਕਿਆ ਲੀਨਾ। ਭਗਤ ਜੀ ਕਹਿਣ ਲੱਗੇ, ਕਹਿੰਦੇ ਜੋ ਰਾਗ ਰਾਗਣੀਆਂ ਤਾਂ ਗਾਉਂਦਾ ਹੈ ਪਰ ਨੀਰਾ ਪਾਖੰਡ ਮੂਰਤੀ ਬਣ ਬੈਠਾ ਹੈ। ਡਿੰਬ ਦਾ ਅਰਥ ਹੁੰਦਾ ਪਾਖੰਡੀ, ਜਿਹੜਾ ਕਿ ਪਾਖੰਡੀ ਬਣ ਕੇ ਬੈਠ ਗਿਆ। ਰਾਗਣੀ ਗਾਉਂਦਾ ਪਰ ਨੀਰਾ ਪਾਖੰਡੀ ਬਣ ਕੇ ਬੈਠ ਗਿਆ। ਉਨ ਹਰ ਪੈ ਕਿਆ ਲੀਨਾ। ਕਹਿੰਦੇ ਅਜਿਹੇ ਜਿਹੜੇ ਮਨੁੱਖ ਨੇ ਉਹਨਾਂ ਨੂੰ ਪਰਮਾਤਮਾ ਪਾਸੋਂ ਕੁਛ ਨਹੀਂ ਮਿਲਦਾ। ਰੱਬ ਸਾਡੇ ਹਿਰਦੇ ਨੂੰ ਵੇਖਦਾ। ਤਾਂ ਹੀ ਮਹਾਰਾਜ ਨੇ ਆਖਿਆ, ਕਹਿੰਦੇ ਉਸ ਅਕਾਲ ਪੁਰਖ ਵਾਹਿਗੁਰੂ ਜੀ ਦੇ ਦਰੋਂ ਉਹਨਾਂ ਨੂੰ ਦਾਤ ਪ੍ਰਾਪਤ ਹੋਣੀ ਹੈ ਜਿਹੜੇ ਪਰਮਾਤਮਾ ਨੂੰ ਪ੍ਰੇਮ ਕਰਨਗੇ, ਅਕਾਲ ਪੁਰਖ ਵਾਹਿਗੁਰੂ ਨਾਲ ਪਿਆਰ ਕਰਾਂਗੇ। ਕਿਉਂਕਿ ਸਤਿਗੁਰ ਸਦਾ ਦਿਆਲ ਹੈ ਭਾਈ, ਬਿਨ ਭਾਗਾਂ ਕਿਆ ਪਾਈਐ। ਏਕ ਨਦਰ ਕਰ ਵੇਖੈ ਸਭ ਉੱਪਰ, ਜਿਹਾ ਭਾਉ ਤੇਹਾ ਫਲ ਪਾਈਐ। ਜਿਤਨਾ ਸਾਡਾ ਪ੍ਰੇਮ ਹੋਏਗਾ ਫਲ ਉਤਨਾ ਸਾਡੀ ਝੋਲੀ 'ਚ ਪੈਣਾ। ਪ੍ਰੇਮ ਤੋਂ ਬਿਨਾਂ ਕੋਈ ਖੇਡ ਨਹੀਂ ਗੁਰਮਤਿ ਦੇ ਅੰਦਰ। ਅਤੇ ਜੇ ਪ੍ਰੇਮ ਨਹੀਂ ਨਾ ਤਾਂ ਪਰਮਾਤਮਾ ਪਾਸੋਂ ਸਾਨੂੰ ਕੁਛ ਨਹੀਂ ਮਿਲਣਾ। ਜਿੰਨਾ ਮਰਜ਼ੀ ਅਸੀਂ ਕਰਦੇ ਰਹੀਏ, ਜੋ ਮਰਜ਼ੀ ਅਸੀਂ ਪਾਖੰਡ ਕਰ ਲਈਏ, ਭਾਵੇਂ ਜਿੰਨੇ ਮਰਜ਼ੀ ਧਾਰਮਿਕ ਬਣ ਕੇ ਦਿਖਾਈਏ, ਪਰ ਜੇ ਸਾਡੇ ਅੰਦਰ ਪ੍ਰਭੂ ਦੇ ਪ੍ਰਤੀ ਪ੍ਰੇਮ ਨਹੀਂ ਨਾ ਅਤੇ ਫਿਰ ਵਾਹਿਗੁਰੂ ਜੀ ਕੋਲੋਂ ਸਾਨੂੰ ਕੁਛ ਪ੍ਰਾਪਤ ਨਹੀਂ ਹੋਣਾ। ਜੋ ਰੱਬ ਜੀ ਨੇ ਸਾਨੂੰ ਆਪਣੇ ਪ੍ਰੇਮਾ ਭਗਤੀ ਦੀ ਦਾਤ, ਨਾਮ ਦੀ ਦਾਤ ਦੇਣੀ, ਉਸ ਤੋਂ ਅਸੀਂ ਵਾਂਝੇ ਰਹਿ ਜਾਵਾਂਗੇ। ਇਸ ਕਰਕੇ ਇੱਕ ਵਾਰੀ ਨਾ ਗੁਰੂ ਰਾਮਦਾਸ ਮਹਾਰਾਜ ਦੇ ਕੋਲ ਕੁਛ ਰਾਗੀ ਆਏ। ਉਹਨਾਂ ਨੇ ਕਿਹਾ, ਮਹਾਰਾਜ ਅਸੀਂ ਕੀਰਤਨ ਕਰਾਂਗੇ ਤੁਹਾਡੇ ਦਰ 'ਤੇ, ਤੁਹਾਡੀ ਬੜੀ ਸ਼ੋਭਾ ਹੋਵੇਗੀ। ਤੁਸੀਂ ਸਾਨੂੰ ਆਪਣੇ ਘਰ ਦੇ ਵਿੱਚ ਰੱਖ ਲਓ ਅਤੇ ਅਸੀਂ ਵਡਿਆਈ ਕਰਾਂਗੇ, ਕੀਰਤਨ ਕਰਾਂਗੇ, ਬੜੀ ਸੰਗਤ ਆਏਗੀ, ਲੋਕ ਬੜੇ ਇਕੱਠੇ ਹੋਣਗੇ। ਗੁਰੂ ਸਾਹਿਬ ਨੇ ਉੱਥੇ ਫਿਰ ਇੱਕ ਆਸਾ ਰਾਗ ਦੇ ਵਿੱਚ ਰਾਮਦਾਸ ਮਹਾਰਾਜ ਨੇ ਸ਼ਬਦ ਉਚਾਰਨ ਕੀਤਾ। ਕਹਿਣ ਲੱਗੇ, ਸਤਿਗੁਰੂ ਕਹਿੰਦੇ ਨੇ ਜਿੰਨਾ ਚਿਰ ਤੁਸੀਂ ਰਾਗ ਛੇੜੋਗੇ, ਸਾਜ਼ਾਂ ਨੂੰ ਸੁਰ ਕਰੋਗੇ, ਉਨਾ ਚਿਰ ਦੇ ਵਿੱਚ ਤਾਂ ਮੇਰਾ ਮਨ ਉਸ ਅਕਾਲ ਪੁਰਖ ਵਾਹਿਗੁਰੂ ਦੇ ਚਰਨਾਂ ਨਾਲ ਜੁੜ ਜਾਂਦਾ ਹੈ। ਜਿੰਨਾ ਚਿਰ ਤੁਸੀਂ ਸਾਰਾ ਇਹ ਮਹਾਰਾਜ ਨੇ ਅਡੰਬਰ ਅੱਖਰ ਵਰਤਿਆ, ਇਹ ਅਡੰਬਰ ਵਰਤੋਂਗੇ ਉਹਨਾਂ ਚਿਰ ਦੇ ਵਿੱਚ ਮੇਰਾ ਮਨ ਰੱਬ ਦਾ ਰੂਪ ਹੋ ਜਾਂਦਾ ਹੈ, ਰੱਬ ਦੇ ਨਾਲ ਜੁੜ ਜਾਂਦਾ ਹੈ। ਕਿਉਂਕਿ ਰਾਗ ਧੁਨ ਅਲਾਵਤ ਵਾਰ ਖਿਨ ਲੱਗ ਗਏ, ਕੁਛ ਸਮਾਂ ਲੱਗੇਗਾ। ਰਾਗ ਧੁਨ ਅਲਾਪੋਂਗੇ, ਸਾਰਾ ਕੁਝ ਕਰੋਗੇ, ਸਮਾਂ ਲੱਗ ਜਾਣਾ। ਉਹਨਾਂ ਚਿਰ ਦੇ ਵਿੱਚ ਕਹਿੰਦੇ ਮੇਰਾ ਮਨ ਰਾਮ ਦਾ ਰੂਪ, ਪਰਮਾਤਮਾ ਦਾ ਰੂਪ ਹੋ ਜਾਂਦਾ, ਰੱਬ ਦਾ ਰੂਪ ਬਣ ਜਾਂਦਾ। ਕਿਉਂਕਿ ਗੁਰਮਤਿ ਦੇ ਵਿੱਚ ਕੀਰਤਨ ਦੀ ਮਹਾਨਤਾ ਹੈ, ਇਸ ਦੇ ਵਿੱਚ ਕੋਈ ਸ਼ੱਕ ਨਹੀਂ। 10ਵੇਂ ਪਾਤਸ਼ਾਹ ਦਾ ਵੇਲਾ ਕੋਈ ਕੀਰਤਨੀਏ ਆ ਗਏ, ਬੜਾ ਸੋਹਣਾ ਕੀਰਤਨ ਕੀਤਾ, ਸਾਰੀ ਸੰਗਤ ਨੇ ਕਿਹਾ ਮਹਾਰਾਜ ਅੰਤ 'ਤੇ ਆਨੰਦ ਹੀ ਆ ਗਿਆ, ਬੱਲੇ ਬੱਲੇ ਹੋ ਗਈ। ਗੁਰੂ ਗੋਬਿੰਦ ਸਿੰਘ ਮਹਾਰਾਜ ਬੈਠੇ ਹੋਏ ਸਨ ਅਤੇ ਸਤਿਗੁਰੂ ਜੀ ਚੁੱਪ ਕਰ ਗਏ ਵੀ ਸੰਗਤ ਨੂੰ ਪਤਾ ਨਹੀਂ। ਅਤੇ ਮਹਾਰਾਜ ਨੇ ਇੱਕ ਵਚਨ ਕਿਹਾ, ਕਹਿੰਦੇ ਕਹੀ ਜਿਹੜੀ ਇਹਨਾਂ ਕੋਲ ਦੀ ਹੈ। ਹੁਣ ਸੰਗਤ ਕਹਿਣ ਲੱਗੀ, ਮਹਾਰਾਜ ਗੱਲ ਸਮਝ ਨਹੀਂ ਆਈ ਸੀ, ਕਾਰਨ ਕੀਰਤਨ ਬੜਾ ਸੋਹਣਾ ਕੀਤਾ, ਤੁਸੀਂ ਕਹਿੰਦੇ ਕਹੀ ਇਹਨਾਂ ਕੋਲ ਹੀ ਹੈ। ਇਹ ਗੱਲ ਨਹੀਂ ਸਮਝ ਆਈ। ਅਸੀਂ ਕਹਿ ਰਹੇ ਵੀ ਕੀਰਤਨ ਬੜਾ ਵਧੀਆ ਕੀਤਾ, ਐਸਾ ਕੀਰਤਨ ਅਸੀਂ ਸੁਣਿਆ ਹੀ ਨਹੀਂ। ਤੁਸੀਂ ਕਹਿੰਦੇ ਕਹੀ ਇਹਨਾਂ ਕੋਲ ਹੈ। ਫਿਰ ਮਹਾਰਾਜ ਨੂੰ ਜਦੋਂ ਸਿੱਖਾਂ ਨੇ ਬੇਨਤੀ ਕੀਤੀ, ਵਿਸਥਾਰ 'ਚ ਦੱਸੋ ਮਹਾਰਾਜ ਗੱਲ ਕੀ ਹੈ। ਪਿਆਰ ਵਾਲਿਓ, ਸੱਚ ਜਾਣਨਾ। ਉਸ ਵੇਲੇ ਗੁਰੂ ਸਾਹਿਬ ਨੇ ਕਿਹਾ, ਅਸਲ ਦੇ ਵਿੱਚ ਕਹਿੰਦੇ ਕਿ ਪਿੰਡ ਦੇ ਵਿੱਚ ਢੰਡੋਰਚੀ ਜਿਹੜਾ ਸੀ, ਉਹਨੇ ਢੰਡੋਰਾ ਪਿੱਟਿਆ ਵੀ ਰਾਜੇ ਦੀ ਕਹੀ ਗਵਾਚੀ ਹੈ, ਜਿਸ ਕਿਸੇ ਦੇ ਘਰ ਵਿੱਚ ਹੋਵੇ ਉਹ ਰਾਜੇ ਦੇ ਘਰ ਪਹੁੰਚਾ ਦੇਵੇ, ਨਹੀਂ ਤਾਂ ਉਹਦੇ ਸਾਰੇ ਪਰਿਵਾਰ ਨੂੰ ਕਤਲ ਕਰ ਦਿੱਤਾ ਜਾਏਗਾ। ਪੂਰੇ ਪਿੰਡ ਦੇ ਵਿੱਚ ਢੰਡੋਰਚੀ ਨੇ ਢੰਡੋਰਾ ਪਿੱਟਿਆ, ਸਾਰੇ ਪਿੰਡ ਨੂੰ ਇਹ ਅਨਾਊਂਸਮੈਂਟ ਕੀਤੀ, ਇਹ ਉੱਚੀ ਉੱਚੀ ਬੋਲ ਕੇ ਸੁਣਾਇਆ। ਸਾਰੇ ਪਿੰਡ ਦੇ ਵਿੱਚ ਕਿਸੇ ਦੇ ਘਰ ਕਹੀ ਨਾ ਮਿਲੀ। ਅਤੇ ਵਜ਼ੀਰ ਕਹਿਣ ਲੱਗਾ ਰਾਜੇ ਦਾ ਵੀ ਢੰਡੋਰਚੀ ਦੇ ਘਰ ਜਾ ਕੇ ਵੇਖੀਏ।
ਤੇ ਦੇਖਿਆ ਤੇ ਢੰਡੋਰ ਜੀ ਦੇ ਘਰ ਦੇ ਵਿੱਚ ਕਹੀ ਸੀ। ਗੁਰੂ ਸਾਹਿਬ ਨੇ ਬਚਨ ਕਹੇ ਉੱਥੇ, ਕਹਿੰਦੇ ਕਹੀ ਜਿਹੜੀ ਹੈ ਉਹ ਇਹਨਾਂ ਦੇ ਕੋਲ ਹੀ ਹੈ। ਉੱਚੀ ਉੱਚੀ ਕਰਕੇ ਕੀਰਤਨ ਤਾਂ ਕੀਤਾ ਇਹਨਾਂ ਨੇ, ਪਰ ਅੰਦਰ ਗੁਰੂ ਨਾਲ ਪਿਆਰ ਨਹੀਂ ਹੈ। ਅੰਦਰ ਗੁਰੂ ਦੇ ਪ੍ਰਤੀ ਇਹਨਾਂ ਦੇ ਅੰਦਰ ਉਹ ਵਾਲੀ ਬਿਰਤੀ ਜੋ ਢੰਡੋਰ ਜੀ ਦੀ ਬਿਰਤੀ ਸੀ। ਫਿਰ ਸਿੱਖਾਂ ਨੂੰ ਮਾਰਨ ਨੇ ਇੱਕ ਕਥਾ ਸੁਣਾਈ ਉੱਥੇ ਅਨੰਦਪੁਰ ਸਾਹਿਬ। ਅੰਦਰ ਦੀ ਬਿਰਤੀ ਕਹਿੰਦੇ ਇੱਦਾਂ ਦੀ ਇਹਨਾਂ ਦੀ, ਅੰਦਰ ਕੁਝ ਹੋਰ ਲੈ ਕੇ ਬੈਠੇ ਹੋਏ ਨੇ, ਬਾਹਰੋਂ ਉੱਚਾ ਸੁਰੀਲਾ ਕੀਰਤਨ ਕਰ ਰਹੇ ਨੇ, ਬੜੀ ਸੁਰ ਦੇ ਵਿੱਚ ਬੋਲ ਰਹੇ ਨੇ। ਤੁਸੀਂ ਕਿਹਾ ਬੜਾ ਸੋਹਣਾ ਕੀਰਤਨ ਕੀਤਾ, ਪਰ ਇਹਨਾਂ ਦੀ ਅਵਸਥਾ ਸਤਿਗੁਰੂ ਕਹਿੰਦੇ ਇਹ ਹੈ ਅਵਸਥਾ ਇਹਨਾਂ ਦੀ। ਇੱਥੇ ਕਬੀਰ ਸਾਹਿਬ ਵੀ ਕਹਿੰਦੇ ਨੇ ਕੀ ਹੋਇਆ ਕਿ ਰਾਗ ਰਾਗਨੀ ਡਿੰਬ ਹੋਏ ਬੈਠਾ। ਡਿੰਬ ਕਹਿੰਦੇ ਪਾਖੰਡੀ ਨੂੰ, ਪਾਖੰਡੀ ਬਣ ਕੇ ਬੈਠ ਗਏ ਕਹਿੰਦੇ। ਤੇ ਹੁਣ ਹਰ ਪੈ ਕਿਆਲੀ ਨਾ, ਕਹਿੰਦੇ ਅਜੇ ਮਨੁੱਖਾਂ ਨੂੰ ਪਰਮਾਤਮਾ ਪਾਸੋਂ ਕੁਛ ਨਹੀਂ ਮਿਲਦਾ। ਹਰੀ ਤੋਂ ਕੀ ਲੈ ਲੈਣਗੇ ਕਹਿੰਦੇ, ਉਹ ਰੱਬ ਉਹਨਾਂ ਨੂੰ ਕੀ ਦੇਗਾ। ਪਾਖੰਡੀ ਦੀ ਝੋਲੀ 'ਚ ਰੱਬ ਕੋਲ ਕੋਈ ਦਾਤ ਨਹੀਂ ਪਾਉਂਦਾ ਜੀ। ਇੱਥੇ ਤਾਂ ਜਿਹੜੇ ਸੱਚੇ ਸੁੱਚੇ ਬਣ ਕੇ ਆਉਂਦੇ ਨੇ ਉਹਨਾਂ ਦੀ ਝੋਲੀ ਕਦੀ ਰੱਬ ਜੀ ਖਾਲੀ ਨਹੀਂ ਜਾਣ ਦਿੰਦੇ। ਉਚਾਰਨ ਕਰੋ ਸਤਿਨਾਮ। ਤੇ ਪਾਖੰਡੀ ਦੀ ਝੋਲੀ 'ਚ ਪੈਂਦਾ ਕੁਛ ਨਹੀਂ। ਮਹਾਰਾਜ ਕਹਿੰਦੇ ਲਾਸਟ ਪੰਕਤੀਆਂ 'ਚ ਕਹਿਣ ਲੱਗੇ, ਪਰਿਓ ਕਾਲ ਸਵੈ ਜਗ ਉੱਪਰ ਮਾਹੇ ਲਿਖੇ ਬ੍ਰਹਮ ਗਿਆਨੀ। ਇਹ ਹੈਗਾ ਭਰਮ। ਭਰਮ ਦਾ ਅਰਥ ਹੈ ਭਟਕਣਾ। ਸਾਰੇ ਜਗਤ ਉੱਤੇ ਕਾਲ ਦਾ ਸਹਿਮ ਪਿਆ ਹੋਇਆ। ਭਰਮੀ ਗਿਆਨੀ ਵੀ ਉਸੇ ਲੇਖੇ ਵਿੱਚ ਲਿਖੇ ਹੋਏ ਹਨ, ਉਹ ਵੀ ਮੌਤ ਦੇ ਸਹਿਮ ਵਿੱਚ ਹੀ ਹਨ। ਮਹਾਰਾਜ ਕਹਿਣ ਲੱਗੇ ਤੇ ਕਹੋ ਕਬੀਰ ਜਨ ਪਹੇ ਖਾਲਸੇ ਪ੍ਰੇਮ ਭਗਤ ਜੀਵਾਨੀ। ਕਬੀਰ ਸਾਹਿਬ ਜੀ ਕਹਿੰਦੇ ਜਿਨ੍ਹਾਂ ਮਨੁੱਖਾਂ ਨੇ ਪ੍ਰੇਮਾ ਭਗਤੀ ਕਰਨੀ ਸਮਝ ਲਈ, ਉਹ ਮੌਤ ਦੇ ਸਹਿਮ ਤੋਂ ਆਜ਼ਾਦ ਹੋ ਗਏ, ਉਹ ਖਾਲਸ ਨੇ। ਖਾਲਸੇ ਦਾ ਅਰਥ ਹੈ ਖਾਲਸ, ਪਿਓਰ, ਜਿਹੜੇ ਕਿ ਵਿਕਾਰਾਂ ਤੋਂ ਆਜ਼ਾਦ ਹੋ ਗਏ, ਜਿਹੜੇ ਕਿ ਮੌਤ ਦੇ ਡਰ ਤੋਂ ਸਹਿਮ ਤੋਂ ਦੂਰ ਹੋ ਗਏ, ਜਿਨ੍ਹਾਂ ਦੇ ਜੀਵਨ 'ਚ ਕੋਈ ਸਹਿਮ ਰਿਹਾ ਹੀ ਨਹੀਂ, ਨਾ ਮੌਤ ਦਾ ਡਰ ਰਿਹਾ, ਨਾ ਵਿਕਾਰਾਂ ਦਾ ਕੋਈ ਡਰ ਰਿਹਾ, ਜਿਹੜੇ ਅੰਦਰੋਂ ਬਿਲਕੁਲ ਖਾਲਸ ਹੋ ਗਏ, ਪਿਓਰ, ਜਿਨ੍ਹਾਂ ਅੰਦਰ ਕੋਈ ਖੋਟ ਰਹੀ ਨਹੀਂ। ਤੇ ਖੋਟ ਕਿਹਨਾਂ ਦੇ ਅੰਦਰ ਖਤਮ ਹੋਏਗੀ। ਕਹਿ ਕਬੀਰ ਜਨ ਪਏ ਖਾਲਸੇ ਪ੍ਰੇਮ ਭਗਤ ਜੇ ਜਾਨੀ। ਜਿਨ੍ਹਾਂ ਮਨੁੱਖਾਂ ਨੇ ਪ੍ਰੇਮਾ ਭਗਤੀ ਕਰਨੀ ਸਮਝ ਲਈ ਹੈ, ਉਹਨਾਂ ਦੇ ਅੰਦਰੋਂ ਖੋਟ ਖਤਮ ਹੋਣੀ ਹੈ। ਪ੍ਰੇਮਾ ਭਗਤੀ ਤੋਂ ਬਿਨਾਂ ਜੀਵਨ 'ਚ ਖੋਟ ਹੀ ਰਹਿਣੀ। ਇਸ ਕਰਕੇ ਕਬੀਰ ਸਾਹਿਬ ਅੱਜ ਦੇ ਸ਼ਬਦ ਵਿੱਚ ਇਹ ਸਮਝਾਉਣਾ ਚਾਹੁੰਦੇ ਨੇ, ਪਰਮਾਤਮਾ ਦਾ ਭਜਨ ਹੀ ਮਨੁੱਖ ਦੇ ਕਰਨ ਯੋਗ ਭਾਈ ਕੰਮ ਹੈ, ਅਤੇ ਇਹੀ ਮੌਤ ਦੇ ਸਹਿਮ ਤੋਂ ਬਚਾਉਂਦਾ ਹੈ। ਕਰਮ ਕਾਂਡ, ਯੋਗ, ਤਪ ਆਦਿਕ ਸਿਮਰਨ ਦੇ ਟਾਕਰੇ ਉਹਦੇ ਮੁਕਾਬਲੇ ਤੁੱਛ ਹਨ। ਕੋਈ ਭੁਲੇਖਾ ਇਹ 'ਚ ਰਵੇ ਅਤੇ ਉਹ ਭੁਲੇਖਾ ਮਹਾਰਾਜ ਦੂਰ ਕਰ ਰਹੇ ਨੇ ਵੀ ਉਹ ਜਿਤਨੇ ਵੀ ਹੋਰ ਕੋਈ ਕਰਮ ਕਾਂਡ ਕਰ ਰਿਹਾ, ਸਿਮਰਨ ਤੋਂ ਬਿਨਾਂ ਜਿਹੜੇ ਵੀ ਕਰਮ ਕੀਤੇ ਜਾ ਰਹੇ ਨੇ ਉਹ ਸਿਮਰਨ ਦੇ ਤੁਲ ਨਹੀਂ ਹਨ, ਸਿਮਰਨ ਦੇ ਬਰਾਬਰ ਨਹੀਂ ਹਨ। ਸੁਖਮਨੀ ਸਾਹਿਬ ਪੜ੍ਹੋਗੇ, ਉੱਥੇ ਮਹਾਰਾਜ ਨੇ ਤੀਜੀ ਅਸ਼ਟਪਦੀ ਵਿੱਚ ਸਿੱਖਾਂ ਨੂੰ ਇਹੀ ਸਮਝਾਇਆ। ਉੱਥੇ ਧਿਆਨ ਨਾਲ ਪੜ੍ਹਨਾ, ਉਸ ਦੇ ਵਿੱਚ ਸਾਰੇ ਇਹੀ ਦੱਸੇ। ਕਹਿੰਦੇ ਹਰ ਤੁਲ, ਹਰੀ ਦੇ ਨਾਮ ਦੇ ਤੁਲ, ਹਰੀ ਦੇ ਸਿਮਰਨ ਦੇ ਤੁਲ ਬਾਕੀ ਚੀਜ਼ਾਂ ਵਿਅਰਥ ਹਨ। ਜਾਪ ਤਾਪ ਗਿਆਨ ਸਮ ਧਿਆਨ ਖੜ ਸ਼ਾਸਤਰ ਸਿਮਤ ਵਿਖਿਆਨ ਯੋਗ ਅਭਿਆਸ ਕਰਮ ਧਰਮ ਕਰਿਆ ਸਗਲ ਤਿਆਗ ਬਨ ਮੱਧੇ ਫਿਰਿਆ। ਉੱਥੇ ਪੂਰੀ ਅਸ਼ਟਪਦੀ ਪੜ੍ਹੋ, ਸਾਰੀ ਵਿੱਚ ਇਹ ਜ਼ਿਕਰ ਕੀਤਾ ਹੋਇਆ ਤੀਜੀ ਅਸ਼ਟਪਦੀ ਵੀ ਸਿਮਰਨ ਦੇ ਮੁਕਾਬਲੇ ਬਾਕੀ ਕਰਮ ਤੁੱਛ ਹਨ ਸਾਰੇ। ਇਸ ਕਰਕੇ ਸ਼ਬਦ ਵਿੱਚ ਕਹਿ ਰਹੇ ਨੇ, ਭਾਈ ਜਿਸ ਕਾਰਜ ਵਾਸਤੇ ਸੰਸਾਰ 'ਚ ਆਏ ਹਾਂ ਅਤੇ ਜਿਹੜਾ ਕਰਨਯੋਗ ਕੰਮ ਹੈ ਪਰਮਾਤਮਾ ਦੀ ਬੰਦਗੀ, ਉਹ ਕਰੀਏ। ਉਸ ਕੰਮ ਨੂੰ ਸਿਰੇ ਚਾੜਨਾ। ਜੇ ਰਘੂਪਤ ਰਾਜੇ ਨੂੰ ਨਹੀਂ ਭਜਿਆ ਤਾਂ ਸਮਝ ਲਓ ਉਹ ਕਾਰਜ ਸਾਡਾ ਸਿਰੇ ਨਹੀਂ ਚੜ੍ਹਿਆ। ਅਤੇ ਜੇ ਕਾਰਜ ਸਿਰੇ ਨਹੀਂ ਚੜ੍ਹਿਆ ਤਾਂ ਅਸੀਂ ਸੰਸਾਰ ਵਿੱਚੋਂ ਵਿਅਰਥ ਜੀਵਨ ਜੀ ਕੇ ਅਕਾਰਥ ਜ਼ਿੰਦਗੀ ਜੀ ਕੇ ਜਾਵਾਂਗੇ। ਜਨਮ ਅਕਾਰਥਹੀਨ ਹੋਏਗਾ ਜੇ ਗੁਣ ਗੋਬਿੰਦ ਗਾਇਓ ਨਹੀਂ। ਜਨਮ ਅਕਾਰਥ ਕੀਨ। ਇਸ ਕਰਕੇ ਗੋਬਿੰਦ ਦੇ ਗੁਣ ਗਾਉਣ ਦੀ ਪ੍ਰੇਰਨਾ ਕਰ ਰਹੇ ਹਨ ਔਰ ਸਮਝਾਉਣਾ ਚਾਹੁੰਦੇ ਹਨ ਕਿ ਪਰਮਾਤਮਾ ਦੇ ਭਜਨ ਦੇ ਮੁਕਾਬਲੇ ਬਾਕੀ ਦੇ ਜਿਤਨੇ ਕਰਮ ਨੇ ਉਸਦੇ ਬਰਾਬਰ ਨਹੀਂ ਹਨ, ਉਹ ਸਾਰੇ ਤੁੱਛ ਹਨ। ਪਰਮਾਤਮਾ ਦਾ ਸਿਮਰਨ ਸਭ ਤੋਂ ਉੱਪਰ ਦਾ ਕੰਮ ਹੈ। ਉਸ ਨੂੰ ਕਰਕੇ ਆਪਣੇ ਜੀਵਨ ਦੇ ਕਾਰਜ ਨੂੰ ਸਿੱਧ ਕਰੀਏ। ਜੋ ਕਾਰਜ ਮਨੁੱਖਾ ਜੀਵਨ ਦਾ ਹੈ, ਉਸ ਪਰਮਾਤਮਾ ਦੇ ਮਿਲਾਪ ਲਈ ਮਨੁੱਖਾ ਜੀਵਨ ਮਿਲਿਆ ਹੈ। ਇਸ ਕਰਕੇ ਉਸ ਦੇ ਮਿਲਾਪ ਵਾਸਤੇ ਉਦਮਸ਼ੀਲ ਹੋਈਏ। ਇਤਨੇ ਬਚਨ ਪ੍ਰਵਾਨ ਜੀ। ਸਾਰਿਆਂ ਦਾ ਧੰਨਵਾਦ ਜੀ। ਆਇਆਂ ਨੂੰ ਫਤਿਹ ਦੀ ਸਾਨ ਕਰੋ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।